इस संसार दी एक प्रमुख ਅਤੇ अटल सच्चाई जिसनूं जाणदियां बुझदियां होयां भी इंसान भुलाई बैठा है, उस दी याद भगत कबीर जी ने सानू दिवाई है। हर संत जन सतगुरु साहिबान बार बार इस इंसान नूं ਇਹ ਸੱਚਾਈ ਦਿਖਾਉਣ ਦਾ ਉਪਰਾਲਾ ਆਪਣੇ ਬਚਨਾਂ ਰਾਹੀਂ ਕਰਦੇ ਰਹੇ ਨੇ। ਉਹ ਸੱਚਾਈ ਕੀ ਹੈ ਕਿ ਜਹਾਨ ਤੇ ਜੀਵ ਆਇਆ ਹੈ ਜਨਮ ਦੇ ਨਾਲ। ਇਸ ਕਾਇਆ ਵਿੱਚ ਰੂਹ ਦਾ ਪ੍ਰਵੇਸ਼ ਹੈ ਤੇ ਪਰਮਾਤਮਾ ਵੱਲੋਂ ਮਿਥੀ ਹੋਈ ਮਿਆਦ ਦੇ ਮੁਤਾਬਿਕ ਇਸ ਨੇ इस दुनिया विच विचरना है। गण काले सब दिवस सास नह बढ़न घटन तिल सार। परमात्मा ने जिवें गिण के दिन ते साह रख दिते होण जिन्हां नूं असीं भोग रहे हां, ਤੇ जिस चीज़ ਨੂੰ ਭੋਗਿਆ ਜਾਂਦਾ ਹੈ ਭੋਗਦਿਆਂ 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 ਆਖਿਰ ਉਹ ਘਟਦੀ ਹੈ ਤੇ ਘਟਦਿਆਂ 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 ਮੁੱਕ ਜਾਂਦੀ ਹੈ। ਇਉਂ ਹੀ ਇਹ ਜੀਵਨ ਦੀ ਯਾਤਰਾ ਦੇ ਦਿਹਾੜੇ ਹਨ, ਜ਼ਿੰਦਗੀ ਦੇ ਸਵਾਸ ਹਨ। ਨਹਿ ਵੱਢਣ ਘਟਣ ਤਿਲ ਸਾਰ। ਤਿਲ ਜਿੰਨੇ ਵੀ ਵਧਾਏ ਘਟਾਏ ਨਹੀਂ ਜਾ ਸਕਦੇ, ਇਹ ਮੁਕਰਰ ਨੇ। ਤੇ ਜਦ ਉਸ ਦਾ ਸੱਦਾ ਆਉਣਾ ਹੈ, ਪੂੰਜੀ ਸਵਾਸਾਂ ਦੀ ਸਮਾਪਤ ਹੋ ਜਾਣੀ ਹੈ, ਉਸੇ ਵੇਲੇ ਇੱਕ ਪਲ ਵਿੱਚ ਇਸ ਦੁਨੀਆ ਤੋਂ ਜਾਣਾ ਪਵੇਗਾ। और जिस वेले जाना है, इस अटल सच्चाई तो भी हर कोई वाकिफ है कि उस वेले कोई भी पदार्थ, कोई भी पैसा, कोई पदवी, कोई शोहरत तां दूर शरीर भी नाल नहीं जाना। किसे दे नाल भी कदी नहीं गया। ਤੇ ਜਿਸ ਸਰੀਰ ਉੱਪਰ ਅਸੀਂ ਬਹੁਤ ਗੁਮਾਨ ਕਰਦੇ ਹਾਂ, ਮਾਣ ਕਰਦੇ ਹਾਂ ਕਿ ਇਹ ਬੜਾ ਬਲਵਾਨ ਹੈ, ਸ਼ਕਤੀਵਾਨ ਹੈ, ਕਬੀਰ ਜੀ ਨੇ ਆਖਿਆ ਹੈ ਇਹ ਮਾਣ ਛੱਡੋ, ਇਹ ਕੂੜਾ ਹੈ। ਕਿਆ ਪ੍ਰਵਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਰੱਤੀ ਚੋਟ ਕੱਚੇ ਭਾਂਡੇ ਨੂੰ ਲੱਗੀ ਨਹੀਂ ਕਿ ਇਹ ਫੁੱਟਿਆ ਨਹੀਂ। ਬਾਬਾ ਫਰੀਦ ਜੀ ਨੇ ਵੀ ਇਸ ਨੂੰ ਕੱਚਾ ਭਾਂਡਾ ਹੀ ਆਖਿਆ। ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਕਿੰਨੀ ਕੁ ਦੇਰ ਤੱਕ ਇਸ ਕੱਚੇ ਭਾਂਡੇ ਵਿੱਚ ਪਾਣੀ ਸਾਂਭ ਸਾਂਭ ਰੱਖ ਲਵੇਂਗਾ, ਇਸ ਨੇ ਫੁੱਟ ਜਾਣਾ ਹੈ। ਜਦ ਸਰੀਰ ਹੀ ਸਾਥੀ ਨਾ ਬਣਿਆ ਤਾਂ ਬਾਕੀ ਪਦਾਰਥਾਂ ਦੀ ਤਾਂ ਗੱਲ ਹੀ ਕੀ ਕਰਨੀ। ਔਰ ਮਨੁੱਖ ਦੀ ਆਦਤ ਕੁਝ ਇਸ ਤੋਂ ਬਿਲਕੁਲ ਅਲੱਗ ਹੈ। ਇਹ ਕੂੜ ਨੂੰ ਸੱਚ ਮੰਨ ਕੇ ਬੈਠ ਗਿਆ ਹੈ। ਸਭ ਕੁਝ ਵੇਖਣ ਦੇ ਬਾਵਜੂਦ ਵੀ ਆਪਣੇ ਉੱਪਰ ਅਪਲਾਈ ਕਰਕੇ ਉਸ ਸਿਧਾਂਤ ਨੂੰ ਨਹੀਂ ਦੇਖਦਾ। ਕੁਝ ਨੂੰ ਕੁਝ ਸਮਝੀ ਬੈਠਾ ਹੈ। ਇੱਕ ਸਿਆਣੇ ਨੇ ਬੜੀਆਂ ਪਿਆਰੀਆਂ ਪੰਕਤੀਆਂ ਲਿਖੀਆਂ ਨੇ। ਉਹ ਆਖਦਾ ਹੈ, ਹਮ ਭੂਲ ਕੋ ਆਪਣੀ ਇਲਮੋ ਫਨ ਸਮਝੇ,
हम भूल को अपनी इल्मो फन समझे हैं, गुर्बत के मुकाम को वतन समझे हैं। मंजिल पे पहुँच के झाड़ देंगे इसको, ये गर्दे सफ़र है जिसको तन समझे है। ये केवल यात्रा दी एक गर्द है, ये गर्दे सफ़र है जिसको तन समझे है। लेकिन इस तन उपर इतना गुमान है जिस दा कोई हिसाब नहीं। पर आखिर ਸਵਾਸਾਂ ਦੇ ਨਿਕਲਦਿਆਂ ਹੀ ਇਸ ਸਰੀਰ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਤੇ ਇਹ ਵੀ ਇੱਕ ਸਿਆਣਪ ਹੈ ਔਰ ਦੁਨੀਆ ਦੀ ਰੀਤੀ ਹੈ ਕਿ ਮੁਰਦਾ ਸਰੀਰ ਨੂੰ ਕਿੰਨੀ ਕੁ ਦੇਰ ਕੋਈ ਘਰ ਟਿਕਾ ਰੱਖੇਗਾ। ਕਾਇਆ ਖਰਾਬ ਹੋਣੀ ਸ਼ੁਰੂ ਹੋ ਜਾਏਗੀ, ਬਦਬੂਆਂ ਉੱਠਣਗੀਆਂ, ਸਰੀਰ ਜਲਣਾ ਸ਼ੁਰੂ ਹੋ ਜਾਏਗਾ, ਗਲਣਾ ਸ਼ੁਰੂ ਹੋ ਜਾਏਗਾ। ਉਹਨਾਂ ਬਦਬੂਆਂ ਦੇ ਪਾਸ ਖੜੋਣਾ ਵੀ ਬਹੁਤ ਮੁਸ਼ਕਿਲ ਹੋ ਜਾਏਗਾ। ਇਹ ਸਰੀਰ ਜੈਸਾ ਦਿਖਾਈ ਦਿੰਦਾ ਹੈ ਵੈਸਾ ਨਹੀਂ ਹੈ। ਬੜੇ ਵਾਇਰਸਿਸ ਨੇ ਇਸ ਉੱਪਰ, ਬੜੇ ਬੈਕਟੀਰੀਆ ਨੇ। ਵਿਗਿਆਨਕ ਲੋਕ, ਸਾਇੰਟਿਸਟ ਇਹ ਆਖਦੇ ਨੇ ਕਿ 100 ਟ੍ਰਿਲੀਅਨ ਵਾਇਰਸਿਸ ਐਂਡ ਬੈਕਟੀਰੀਆ ਸਾਡੀ ਬੋਡੀ ਦੇ ਉੱਤੇ ਰਹਿੰਦੇ ਨੇ। 100 ਟ੍ਰਿਲੀਅਨ, ਕੋਈ ਛੋਟੀ ਗਿਣਤੀ ਨਹੀਂ। ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ, ਮਿਲੀਅਨ ਨਹੀਂ, 100 ਟ੍ਰਿਲੀਅਨ। ਤਕਰੀਬਨ 10 ਮਿਲੀਅਨ ਬੈਕਟੀਰੀਆ ਸਾਡੀ ਚਮੜੀ ਦੇ ਹਰ ਸਕੁਏਅਰ ਸੈਂਟੀਮੀਟਰ ਤੇ ਹਨ ਜਿੰਦਾ। ਉਹਨਾਂ ਵੀ ਮਰਨਾ ਹੈ, ਖੁਰਾਕ ਨਾ ਮਿਲੇਗੀ। ਇਹ ਇੱਕ ਮੌਤ ਨਹੀਂ, ਕਿੰਨੀਆਂ ਹਨ ਹਿਸਾਬ ਲਾਉਣਾ ਮੁਸ਼ਕਿਲ ਹੈ। ਬਦਬੂਆਂ ਤਾਂ ਉੱਠਣਗੀਆਂ। ਇਸ ਲਈ ਸਿਆਣੇ ਲੋਕ ਜਾਣਦੇ ਨੇ ਇਹ ਕਾਇਆ ਹੁਣ ਬੇਕਾਰ ਹੋ ਗਈ ਹੈ, ਤੋ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਿਟਾ ਦੇਣਾ ਚਾਹੀਦਾ ਹੈ। ਜਿਸ ਜਿਸ ਸਮਾਜ ਵਿੱਚ ਜੋ ਜੋ ਸਹੂਲਤ ਸੀ ਉਸ ਦੇ ਮੁਤਾਬਿਕ ਇਸ ਕਾਇਆ ਨਾਲ ਆਖਰੀ ਵਿਵਹਾਰ ਕੀਤਾ ਗਿਆ। ਕਿਧਰੇ ਦਫਨਾ ਦਿੱਤਾ ਜਾਂਦਾ ਰਿਹਾ, ਕਿਧਰੇ ਜੰਗਲ ਦੇ ਜਾਨਵਰਾਂ ਅੱਗੇ ਸੁੱਟ ਦਿੱਤਾ ਜਾਂਦਾ ਰਿਹਾ, ਕਿਧਰੇ ਕੋਈ ਲੱਕੜੀਆਂ ਦਾ ਇੰਤਜ਼ਾਮ ਸੀ, ਜਲਾ ਦਿੰਦਾ ਰਿਹਾ। ਮਤਲਬ ਇੱਕ ਸੀ ਕਿ ਇਸ ਕਾਇਆ ਨੂੰ ਹੁਣ ਕਿਸੇ ਤਰ੍ਹਾਂ ਇਸ ਢੰਗ ਨਾਲ ਖਤਮ ਕਰ ਦਿੱਤਾ ਜਾਏ ਕਿ ਸਾਰੇ ਤੱਤਾਂ ਵਿੱਚ ਹੀ ਸਮਾਪਤ ਹੋ ਜਾਣ ਤੇ ਕੋਈ ਬਦਬੂ ਤੇ ਬਿਮਾਰੀ ਨਾ ਫੈਲੇ। ਜੋ ਦਫਨਾ ਦਿੰਦੇ ਸਨ ਉਹਨਾਂ ਦੇ ਹਸ਼ਰ ਨੂੰ ਬਾਬਾ ਫਰੀਦ ਜੀ ਨੇ ਬੜਾ ਨੇੜਿਓਂ ਹੋ ਕੇ ਡਿੱਠਾ, ਕਿਉਂਕਿ ਇਸਲਾਮਿਕ ਵਰਲਡ ਦੇ ਉਹ ਹਿੱਸਾ ਸਨ। 2 ਤਸਵੀਰਾਂ ਇਨਸਾਨ ਦੀਆਂ ਅਲੱਗ-ਅਲੱਗ ਬਾਬਾ ਫਰੀਦ ਜੀ ਦੇ ਸਾਹਮਣੇ ਆਈਆਂ। ਕਦੀ ਕੋਈ ਬਹੁਤ ਹਾਰ ਸ਼ਿੰਗਾਰ ਕਰਕੇ, ਤਨ ਨੂੰ ਸਜਾ ਫਵਾ ਕੇ ਸੰਸਾਰ ਦੇ ਬਾਜ਼ਾਰ ਵਿੱਚੋਂ ਲੰਘਦਾ ਤੇ ਉਸ ਦੀ ਹੈਂਕੜ ਦੇਖਣ ਯੋਗ ਸੀ। ਮੋਢੇ ਉੱਚੇ ਚੁੱਕ ਚੁੱਕ ਕੇ ਤੁਰਦਾ। ਕੋਈ ਕਾਇਆਂ ਦੇ ਬਲ ਤੇ ਗੁਮਾਨ ਕਰਦਾ ਤਾਂ ਮੋਢਿਆਂ ਉੱਤੋਂ ਦੀ ਥੁੱਕਦਾ। ਹੰਕਾਰ ਸੀ। ਲੇਕਿਨ ਇੱਕ ਸਮਾਂ ਆਇਆ, ਪ੍ਰਾਣ ਪੰਖੇਰੂ ਉੱਡ ਗਏ, ਕਬਰ ਵਿੱਚ ਦਫਨਾ ਦਿੱਤਾ ਗਿਆ। ਕਬਰ ਦੀ ਮਿੱਟੀ ਵੀ ਕਿਸੇ ਤਰ੍ਹਾਂ ਆਸੇ ਪਾਸੇ ਹਟਾ ਦਿੱਤੀ ਹੋਵੇਗੀ ਜੰਗਲੀ ਜਾਨਵਰਾਂ ਨੇ।
ਮਾਸ ਵੀ ਖਾ ਗਏ, ਪਰ ਹੱਡੀਆਂ ਤਾਂ ਖਾਧੀਆਂ ਨਾ ਗਈਆਂ। ਮੂੰਹ ਦੀਆਂ ਹੱਡੀਆਂ ਦਾ ਢਾਂਚਾ ਪਿਆ ਹੈ। ਤੇ ਬਾਬਾ ਫਰੀਦ ਜੀ ਉਧਰੋਂ ਗੁਜ਼ਰ ਰਹੇ ਨੇ, ਲੰਘ ਰਹੇ ਨੇ, ਰੁਕ ਗਏ। ਨਾਲ ਦੇ ਸਾਥੀਆਂ ਨੇ ਪੁੱਛਿਆ, ਰੁਕਣ ਦਾ ਕੋਈ ਕਾਰਨ, ਕੋਈ ਖਾਸ ਵਜ੍ਹਾ ਹੈ? ਬਾਬਾ ਫਰੀਦ ਆਖਣ ਲੱਗੇ, ਹਾਂ, ਮੈਂ ਪਹਿਚਾਣਦਾ ਹਾਂ ਇਸ ਚਿਹਰੇ ਨੂੰ, ਹੱਡੀਆਂ ਤੋਂ ਵੀ ਪਹਿਚਾਣਦਾ। ਜਿਸ ਵੇਲੇ ਸਵਾਸ ਚੱਲ ਰਹੇ ਸਨ, ਇਹਨਾਂ ਅੱਖਾਂ ਨੂੰ ਸਜਾਉਣ ਲਈ ਬੜਾ ਸੁਰਮਾ ਪਾ, ਤਰ੍ਹਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਕਰ ਸਰੀਰ ਨੂੰ, ਮੁਖੜੇ ਨੂੰ ਸਜਾਇਆ ਜਾਂਦਾ ਸੀ। ਤੇ ਜਿਸ ਵੇਲੇ ਕਜਲੇ ਦੀ ਧਾਰ ਵੀ ਪਾਈ ਜਾਂਦੀ, ਉਸ ਵੇਲੇ ਵੀ ਨਾਜ਼ੁਕ ਅੱਖਾਂ ਵਿੱਚੋਂ ਪਾਣੀ ਦੀਆਂ ਬੂੰਦਾਂ ਵਹਿ ਤੁਰਦੀਆਂ। ਉਹੀ ਢਾਂਚਾ ਮੁਖੜੇ ਦਾ ਇਹ ਅੱਜ ਮੇਰੇ ਸਾਹਮਣੇ ਪਿਆ ਹੈ। ਇਹਨਾਂ ਅੱਖਾਂ ਵਿੱਚ ਕੋਈ ਜਾਨਵਰ, ਕੋਈ ਪੰਛੀ ਛੋਟਾ ਅੰਡੇ ਦੇ ਗਿਆ ਹੈ। ਛੋਟੇ ਜੀਵ ਦੇ ਅੰਡੇ ਹੋਣਗੇ, ਜਿੰਨੀ ਕੁ ਅੱਖ ਦੀ ਜਗ੍ਹਾ। ਮੈਂ ਦੇਖਦਾ ਹਾਂ ਇੱਕ ਨਾ ਇੱਕ ਦਿਨ ਹਰ ਮੁਖੌਟਾ ਉਤਰ ਜਾਣਾ। ਅੰਦਰਲੀ ਤਸਵੀਰ ਇਹ ਹੋ ਸਕਦੀ ਹੈ, ਕਿਸੇ ਦੀ ਵੀ ਹੋ ਸਕਦੀ ਹੈ। ਬਾਬਾ ਫਰੀਦ ਜੀ ਨੇ 2 ਪੰਕਤੀਆਂ ਲਿਖੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤੀਆਂ। ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿਠ। ਜਿਨ੍ਹਾਂ ਅੱਖਾਂ ਨੇ ਸੰਸਾਰ ਨੂੰ ਮੋਹ ਲਿਆ ਸੀ, ਉਹਨਾਂ ਅੱਖਾਂ ਦਾ ਹਸ਼ਰ ਮੈਂ ਦੇਖਦਾ। ਸੇ ਲੋਇਣ ਮੈਂ ਡਿਠ। ਕਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੂਏ ਬੈਠ। कैसा हशर हो गया है। पंछी ਸੂ ਪੈ ਅੰਡੇ ਦੇ ਦਿੱਤੇ। ਇਹ ਕਿਸੇ ਨਾਲ ਵੀ ਵਾਪਰ ਸਕਦਾ ਹੈ, ਕਿਉਂਕਿ ਮਨੁੱਖ ਦੇ ਸਰੀਰ ਨੂੰ ਇੰਜ ਨਹੀਂ ਸੀ ਸੰਭਾਲਿਆ ਜਾਂਦਾ ਜਿਵੇਂ ਪਸ਼ੂ ਦੇ ਸਰੀਰ ਨੂੰ। ਇਹ ਵੀ ਕਮਾਲ। ਪਸ਼ੂ ਮਰ ਜਾਂਦਾ, ਜਿਸ ਵੇਲੇ ਕੋਈ ਚਮੜੇ ਦਾ ਕੰਮ ਕਰਨ ਵਾਲਾ ਵਿਅਕਤੀ ਦੇਖਦਾ, ਨਗਰ ਤੋਂ ਬਾਹਰ ਲਿਜਾ ਕੇ ਉਸ ਦਾ ਚਮੜਾ ਉਤਾਰ ਲੈਂਦਾ, ਦਵਾਈਆਂ ਲਾ ਸੁਕਾ ਕੇ ਉਸ ਚਮੜੇ ਤੋਂ ਭਾਵੇਂ ਜੁੱਤੀਆਂ ਹੀ ਕਿਉਂ ਨਾ ਬਣਾਈਆਂ ਜਾਣ, ਪਰ ਕਿਸੇ ਅਰਥ ਵਿੱਚ ਲੈ ਆਉਂਦਾ। ਹੱਡੀਆਂ ਤੋਂ ਵੀ ਕੰਮ ਲਿਆ ਜਾਂਦਾ, ਪਰ ਇਨਸਾਨ ਦਾ ਨਾ ਚਮੜਾ ਉਤਾਰਿਆ ਜਾਂਦਾ, ਨਾ ਹੱਡੀਆਂ ਕੰਮ ਆਉਂਦੀਆਂ। ਕੋਈ ਦਫਨਾ ਦੇ, ਕੋਈ ਜਲਾ ਦੇ, ਗੱਲ ਇੱਕ ਹੀ ਸੀ। ਕਬੀਰ ਜੀ ਹਿੰਦੂ ਸਮਾਜ ਵਿੱਚ ਵਿਚਰਦੇ ਸਨ। ਉਹਨਾਂ ਨੇ ਇਹ ਹਸ਼ਰ ਉਚੇਚੇ ਤੌਰ ਤੇ ਡਿੱਠਾ ਕਿ ਲੋਕ ਲੱਕੜੀਆਂ ਵਿੱਚ ਮੁਰਦੇ ਨੂੰ ਰੱਖ ਕੇ ਅੱਗ ਦੇ ਦਿੰਦੇ ਨੇ। ਜਿਵੇਂ ਜਿਵੇਂ ਲੱਕੜੀਆਂ ਜਲਦੀਆਂ ਨੇ, ਤਕਰੀਬਨ ਉਸੇ ਨਿਸਬਤ ਵਿੱਚ ਹੱਡੀਆਂ ਵੀ ਜਲ ਜਾਂਦੀਆਂ ਨੇ। ਔਰ ਕੇਸਾਂ ਦੇ ਜਲਦਿਆਂ ਤਾਂ ਦੇਰ ਲੱਗਦੀ ਹੀ ਨਹੀਂ। ਜਿਵੇਂ ਘਾਹ ਦੇ ਪੂਲੇ ਨੂੰ ਅੱਗ ਲਗਾ ਦਿੱਤੀ ਗਈ ਹੋਵੇ, ਇਸ ਤਰ੍ਹਾਂ ਘਾਹ ਦੀ ਤਰ੍ਹਾਂ ਕੇਸ ਜਲ ਜਾਂਦੇ ਨੇ। ਆਖਰ ਇਹ ਕਾਇਆ ਖੇ ਹੋ ਕੇ ਰਹਿ ਜਾਂਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਫਰਮਾਇਆ, ਐਵੇਂ ਨਾ ਇਸ ਨੂੰ ਪੱਕਾ ਟਿਕਾਣਾ ਮੰਨ ਕੇ ਬੈਠ ਜਾਈਂ ਕਿ ਕਾਇਆ ਸਦਾ ਰਹੇਗੀ। ਅਸਥਿਰ ਜੋ ਮਾਨਿਓ ਦੇਹ, ਸੋ ਤੋ ਤੇਰਾ ਹੋਏ ਹੈ ਖੇਹ। ਕਿਉਂ ਨਾ ਹਰਿ ਕੋ ਨਾਮ ਲੇਹ, ਮੂਰਖ ਨਿਲਾਜ ਰੇ। ਐ ਮੂਰਖ ਨਿਲਜਿਆ, ਕਿਉਂ ਨਹੀਂ ਪ੍ਰਭੂ ਦਾ ਨਾਮ ਜਪਦਾ।
ਜਿਸ ਕਾਇਆ ਨੂੰ ਸਤ ਕਰਕੇ ਮਨ ਬੈਠਾ ਹੈ, ਇਸ ਨੇ ਰਾਖ ਹੋ ਜਾਣਾ ਹੈ। ਕਬੀਰ ਜੀ ਦੇ ਹੀ ਇਹਨਾਂ ਪਿਆਰੇ ਬਚਨਾਂ ਵਾਂਗ ਬਾਬਾ ਰਵਿਦਾਸ ਜੀ ਨੇ ਵੀ ਆਖਿਆ, ਬੰਕੇ ਬਾਲ ਪਾਗ ਸਿਰ ਡੇਰੀ, ਬੜੀ ਟੇਢੀ ਪੱਗ ਬੰਨ ਕੇ ਹੈਂਕੜ ਨਾਲ ਤੁਰਿਆ, ਬੜੇ ਸੁੰਦਰ ਕੇਸ। ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏਗੋ ਭਸਮ ਕੀ ਢੇਰੀ। ਪਰ ਆਖਰ ਇਹ ਸਰੀਰ ਰਾਖ ਦੀ ਢੇਰੀ ਹੋ ਕੇ ਰਹਿ ਜਾਣਾ ਹੈ। ਇਹ ਦੁਨੀਆ ਇੱਕ ਪ੍ਰਕਾਰ ਦਾ ਬੀਆਬਾਨ ਹੀ ਸਾਬਤ ਹੋਣਾ है। घर बियाबान में बनाया नहीं हमने, लेकिन जिसको घर समझे हुए थे वह बियाबान निकला। ਸਰੀਰ ਹੀ ਸਾਥ ਨਾ ਦੇਵੇ ਤਾਂ ਪਦਾਰਥਾਂ ਦੀ ਤਾਂ ਕਹਾਣੀ ਕੀ ਹੋਈ ਕਿ ਸਾਥੀ ਬਣ ਜਾਣਗੇ। ਜਦੋਂ ਮੌਤ ਦੀ ਘਟਨਾ ਵਰਤਦੀ ਹੈ, ਸਭ ਕੁਝ ਪਰਾਇਆ ਹੋ ਜਾਂਦਾ ਹੈ। ਬੁਢਾਪੇ ਵਿੱਚ ਹੀ ਪਰਾਇਆ ਹੋਣ ਲੱਗ ਪੈਂਦਾ ਹੈ। ਜਿਵੇਂ ਜਿਵੇਂ ਆਦਮੀ ਦੀ ਸੱਤਿਆ ਕਮਜ਼ੋਰ ਪੈਂਦੀ ਹੈ, ਤਿਵੇਂ ਤਿਵੇਂ ਅਗਾਂਹ ਕਬਜ਼ੇ ਕਰਨ ਵਾਲੇ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਹੁਣ ਜਾਏਗਾ ਤੇ ਇਤਨਾ ਹਿੱਸਾ ਮੈਨੂੰ ਮਿਲੇਗਾ। ਕੋਈ ਕਿਸੇ ਦਾ ਸਾਥੀ ਨਹੀਂ। ਬੜੀਆਂ ਪਿਆਰੀਆਂ ਪੰਕਤੀਆਂ ਹਨ ਕਿਸੇ ਵਿਦਵਾਨ ਦੀਆਂ। ਸਪਨੋਂ ਕੇ ਸਾਰੇ ਸ਼ੀਸ਼ ਮਹਿਲ ਚਕਨਾ ਚੂਰ ਹੋਏ। ਜ਼ਿੰਦਗੀ ਸੁਪਨਿਆਂ ਵਿੱਚ ਬਿਤਾ ਦਿੱਤੀ। ਸੁਪਨਿਆਂ ਦੇ ਪਦਾਰਥ ਕਦ ਕੰਮ ਆਏ ਨੇ। ਸਪਨੋਂ ਕੇ ਸਾਰੇ ਸ਼ੀਸ਼ ਮਹਿਲ ਚਕਨਾ ਚੂਰ हुए, जब सांझ लगी घिरने अपने साए भी दूर हुए। ਸ਼ਾਮਾਂ ਪੈਂਦੀਆਂ ਨੇ, ਹਨੇਰਾ ਪਸਰਦਾ ਹੈ, ਆਪਣਾ ਪਰਛਾਵਾਂ ਵੀ ਖੋਜਣ ਤੇ ਨਹੀਂ ਮਿਲਦਾ। ਉਹ ਵੀ ਸਾਥੀ ਨਹੀਂ ਬਣਦਾ। ਬਚਨ ਹਨ ਜਿਹੇ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰਹਿ ਕਾਗ। ਕਬੀਰ ਜੀ ਨੇ ਕਿਆ ਕਮਾਲ ਦੇ ਬਚਨ ਕਹੇ ਨੇ। ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ। ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋहेंगे ਤੇਰੇ। ਇਹ ਕੋਈ ਦੂਜਿਆਂ ਦੀਆਂ ਕਹਾਣੀਆਂ ਨਹੀਂ, ਤੇਰੇ ਨਾਲ ਵੀ ਇਹੀ ਕੁਝ ਵਾਪਰਨਾ ਹੈ। ਬੜੀ ਟੇਢੀ ਪੱਗ ਬੰਨਦਾ ਸੈਂ ਮੈਂ ਦੇਖਦਾ, ਅੱਜ ਕੋਈ ਕਾਂ ਗੰਦੀ ਚੁੰਝ ਉਸ ਖੋਪਰੀ ਨਾਲ ਸਾਫ਼ ਕਰ ਰਿਹਾ ਹੈ। ਤੋ ਭਗਤ ਕਬੀਰ ਜੀ ਨੇ ਅਟਲ ਸਚਾਈ ਸਾਡੇ ਸਾਹਮਣੇ ਰੱਖੀ ਹੈ। ਐਵੇਂ ਕਾਇਆ ਦੀ ਸੁੰਦਰਤਾ ਜਾਂ ਕਾਇਆ ਦੇ ਬਲ ਤੇ ਕੋਈ ਗੁਮਾਨ ਨਾ ਕਰਦਾ ਰਹੇ। ਇਸ ਦਾ ਹਸ਼ਰ ਇੱਕ ਦਿਨ ਇਹ ਹੋਣਾ ਹੈ। ਕਬੀਰ ਹਾਡ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ। ਹੱਡ ਇੰਜ ਜਲ ਜਾਣੇ ਨੇ ਜਿਵੇਂ ਲੱਕੜੀਆਂ। ਲੱਕੜੀਆਂ ਜਲਣ ਤੋਂ ਬਾਅਦ ਵੀ ਕੁਝ ਕੋਲੇ ਬਣ ਕੇ ਪਿੱਛੇ ਰਹਿ ਜਾਂਦੇ ਨੇ, ਕੁਝ ਰਾਖ ਰਹਿ ਜਾਂਦੀ ਹੈ। ਜਲੇ ਹੋਏ ਸਰੀਰ ਤੋਂ ਬਾਅਦ ਵੀ ਕੁਝ ਰਾਖ ਹੁੰਦੀ ਏ, ਕੁਝ ਕੋਲਿਆਂ ਦੀ ਨਿਆਈ ਅਸਥੀਆਂ ਹੁੰਦੀਆਂ ਨੇ। ਇਹ ਅਸਥੀ ਪਿੰਜਰ ਜਲ ਕੇ ਇਸ ਤਰ੍ਹਾਂ ਦਾ ਰੂਪ ਅਖਤਿਆਰ ਕਰ ਗਿਆ ਜਿਵੇਂ ਲੱਕੜਾਂ ਜਲ ਗਈਆਂ ਹੋਣ, ਕੁਝ ਛੋਟੇ ਕੋਲੇ ਬਚਣ, ਕੁਝ ਰਾਖ ਰਹਿ ਜਾਏ। ਕੇਸ ਇਉਂ ਜਲ ਗਏ ਜਲਦੀ ਨਾਲ ਜਿਵੇਂ ਘਾਹ ਦੇ ਪੂਲੇ ਨੂੰ ਅੱਗ ਲਾ ਦਿੱਤੀ ਹੋਵੇ, ਔਰ ਹੱਡੀਆਂ ਵੀ ਜਲ ਗਈਆਂ ਇੰਜ ਜਿਵੇਂ ਕੋਈ ਲੱਕੜੀ ਜਲ ਗਈ ਹੋਵੇ, ਕਾਠ ਜਲ ਗਿਆ ਹੋਵੇ। ਕਬੀਰ ਹਾਡ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ। ਇਸ ਜਲਦੇ ਸੰਸਾਰ ਨੂੰ ਕਬੀਰ ਸਾਹਿਬ ਕਹਿੰਦੇ ਨੇ ਮੈਂ ਦੇਖਿਆ। ਇਹੋ ਜਗ ਜਰਤਾ ਦੇਖ ਕੈ, ਭਇਓ ਕਬੀਰ ਉਦਾਸ। ਇਸ ਜਲਦੇ ਸੰਸਾਰ ਨੂੰ ਦੇਖ ਕੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਉਦਾਸ ਹੋ ਗਿਆ। ਉਦਾਸ ਸ਼ਬਦ ਨੂੰ ਵੀ ਸਮਝਣ ਦੀ ਜ਼ਰੂਰਤ ਹੈ।
ਇਹ ਸੰਸਕ੍ਰਿਤ ਵਿੱਚੋਂ ਆਇਆ ਹੋਇਆ ਸ਼ਬਦ ਹੈ ਉਦਾਸੀਨ, ਤੇ ਉਸ ਦਾ ਅਰਥ ਹੈ ਵਿਰਕਤ, ਜਿਹੜਾ ਪ੍ਰਾਣੀ ਸੰਸਾਰ ਦੇ ਬੰਧਨਾਂ ਤੋਂ ਦਰਅਸਲ ਮੁਕਤ ਹੋ ਜਾਵੇ। ਉਦਾਸ ਦਾ ਮਤਲਬ ਇਹ ਨਹੀਂ ਜਿਸ ਦਾ ਚਿਹਰਾ ਉਤਰਿਆ ਹੋਇਆ ਹੋਵੇ, ਅੱਖਾਂ 'ਚ ਮੁਰਝਾਹਟ ਹੋਵੇ, ਰੰਗ ਪੀਲਾ ਪੈ ਗਿਆ ਹੋਵੇ, ਹੁਣ ਵੀ ਡਿੱਗਾ ਤੇ ਹੁਣ ਵੀ ਡਿੱਗਾ ਨਹੀਂ। ਉਦਾਸ ਦਾ ਸਾਧਾਰਨ ਅਰਥ ਇਹ ਸੀ ਦੁਨੀਆ ਦੇ ਬੰਧਨਾਂ ਤੋਂ ਮੁਕਤ, ਜੋ ਵਿਚਰਦਾ ਸੰਸਾਰ ਵਿੱਚ ਹੀ ਹੈ ਪਰ ਇਹਨਾਂ ਪਦਾਰਥਾਂ ਦੀ ਜਕੜ ਵਿੱਚ ਬੱਝਾ ਹੋਇਆ ਨਹੀਂ। ਪੁਰਾਣੇ ਸਮਿਆਂ ਵਿੱਚ ਆਸ਼ਰਮ ਵਿਵਸਥਾ ਦੇ ਮੁਤਾਬਕ 4 ਹਿੱਸੇ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਤੀਜਾ ਬਾਨਪ੍ਰਸਥ ਸੀ। ਮਨੂ ਸਿਮਰਤੀ ਦਾ ਇਹ ਮਤ ਹੈ ਕਿ ਬਾਨਪ੍ਰਸਥ ਦੇ ਸਮੇਂ ਸੰਸਾਰ ਦੇ ਕੰਮਾਂ ਤੋਂ ਉਦਾਸੀਨ ਹੋ ਕੇ ਤਪ, ਵੇਦ ਅਧਿਐਨ, ਯੱਗ, ਦਾਨ ਆਦਿ ਕਰਕੇ ਬਣ ਵਿੱਚ ਜੀਵਨ ਬਿਤਾਉਣਾ ਚਾਹੀਦਾ ਹੈ। ਬਾਨਪ੍ਰਸਥ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਸੀ ਸੰਨਿਆਸ, ਜਿੱਥੇ ਇਸ ਆਸ਼ਰਮ ਵਿੱਚ ਪ੍ਰਵੇਸ਼ ਕੀਤਾ ਵਿਅਕਤੀ ਪੂਰੀ ਤਰ੍ਹਾਂ ਸੰਸਾਰ ਦੇ ਸੰਬੰਧਾਂ ਨੂੰ ਤਿਆਗ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦਾ ਰਹਿੰਦਾ। ਪਰ ਗੁਰਮਤਿ ਵਿੱਚ ਉਦਾਸੀ ਦਾ ਮਤਲਬ ਇਹ ਹੈ ਜਿਸ ਨੇ ਸੰਸਾਰ ਦੇ ਬੰਧਨਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਹੈ, ਛੱਡ ਕੇ ਦੌੜਿਆ ਨਹੀਂ, ਮੁਕਤ ਕਰ ਲਿਆ ਹੈ। ਸਭ ਕੰਮ ਕਾਜ ਕਿਰਤ ਵਿਰਤ ਕਰਦਿਆਂ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਉਹ ਨਿਰਲੇਪ ਹੈ ਤੇ ਉਸਨੇ ਆਪਣਾ ਆਸਣ ਨਿਰੰਕਾਰ ਦੇ ਸੰਗ ਲਾ ਲਿਆ ਹੈ। ਤੋ ਗੁਰਬਾਣੀ ਅੰਦਰ ਜਿਸ ਨੂੰ ਉਦਾਸੀ ਆਖਿਆ ਗਿਆ ਹੈ, ਜਿਸ ਅਵਸਥਾ ਦਾ ਜ਼ਿਕਰ ਭਗਤ ਕਬੀਰ ਜੀ ਕਰ ਰਹੇ ਨੇ ਕਿ ਜਲਦੇ ਹੋਏ ਸੰਸਾਰ ਨੂੰ ਦੇਖ ਕੇ ਕਿ ਇਸ ਦਾ ਆਖਰੀ ਹਸ਼ਰ ਤਾਂ ਇਹੀ ਹੋਣਾ ਹੈ, ਮੈਂ ਉਦਾਸ ਵਿੱਚ ਆ ਗਿਆ ਹਾਂ। ਉਹ ਉਦਾਸ ਕੈਸਾ ਹੈ? ਕਬੀਰ ਸਾਹਿਬ ਪਰਿਵਾਰ ਛੱਡ ਕੇ ਕਿਧਰੇ ਨਹੀਂ ਗਏ, ਨਾ ਉਹਨਾਂ ਕਿਰਤ ਛੱਡੀ, ਨਾ ਟੱਬਰ ਤਿਆਗਿਆ, ਪਰ ਰਹੇ ਵਿਰਕਤ। ਉਸ ਦੀ ਵਿਆਖਿਆ ਗੁਰਬਾਣੀ ਵਿੱਚ ਥਾਂ ਥਾਂ ਤੇ ਆਈ ਹੈ। ਹਰ ਕੀ ਭਗਤਿ ਰਤੇ ਬੈਰਾਗੀ, ਚੂਕੇ ਮੋਹ ਪਿਆਸਾ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਸਾ ਰਾਗ ਵਿੱਚ ਇਹ ਬਚਨ ਨੇ। ਹਰੀ ਦੀ ਬੰਦਗੀ ਵਿੱਚ ਰੱਤੇ ਹੋਏ ਲੋਕ ਜਿਹੜੇ ਨੇ ਉਹ ਨੇ ਬੈਰਾਗੀ। ਰਾਗ ਦਾ ਅਰਥ ਹੁੰਦਾ ਹੈ ਮੋਹ। ਉਹਨਾਂ ਪ੍ਰਾਣੀਆਂ ਦੇ ਅੰਦਰ ਮੋਹ ਨਹੀਂ, ਮੋਹ ਤੋਂ ਬਿਨਾਂ ਨੇ, ਮੋਹ ਤੋਂ ਮੁਕਤ ਨੇ ਤੇ ਰੰਗੇ ਗਏ ਨੇ ਪ੍ਰਭੂ ਦੀ ਭਗਤੀ ਵਿੱਚ। ਹਰ ਕੀ ਭਗਤਿ ਰਤੇ ਬੈਰਾਗੀ, ਚੂਕੇ ਮੋਹ ਪਿਆਸਾ। ਨਾਨਕ ਹਉਮੈ ਮਾਰ ਪਤੀਣੇ, ਵਿਰਲੇ ਦਾਸ ਉਦਾਸਾ। ਹਉਮੈ ਨੂੰ ਮਾਰ ਕੇ ਤ੍ਰਿਪਤ ਹੋ ਗਏ ਉਹ ਵਿਰਲੇ ਪੁਰਸ਼, ਪ੍ਰਭੂ ਦੇ ਦਾਸ ਸੰਸਾਰ ਵਿੱਚ ਉਦਾਸੀ ਨੇ। ਇੱਕ ਹੋਰ ਬਚਨ ਅੰਦਰ ਰਾਗ ਪ੍ਰਭਾਤੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਇਆ ਹੈ, ਸੋ ਗਿਰਹੀ ਸੋ ਦਾਸ ਉਦਾਸੀ। ਸਫਲ ਗ੍ਰਸਤੀ ਵੀ ਉਹੀ ਹੈ ਜੋ ਗ੍ਰਸਤ ਵਿੱਚ ਰਹਿੰਦਿਆਂ ਜ਼ਿੰਮੇਵਾਰੀਆਂ ਤੋਂ ਭਗੌੜਾ ਨਹੀਂ, ਬਲਕਿ ਵਧੇਰੇ ਜ਼ਿੰਮੇਵਾਰ ਹੈ ਆਪਣੇ ਜੀਵਨ ਵਾਸਤੇ ਵੀ ਕਿ ਇਹ ਬੇਅਰਥ ਨਾ ਚਲਾ ਜਾਏ। ਸਿਰਜਣਹਾਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਉਹੀ ਸਫਲ ਉਦਾਸੀ ਹੈ, ਉਹੀ ਗ੍ਰਹੀ ਹੈ ਜਿਸ ਨੇ ਆਪੇ ਦੀ ਪਹਿਚਾਣ ਕਰ ਲਈ। ਸੋ ਗਿਰਹੀ ਸੋ ਦਾਸ ਉਦਾਸੀ, ਜਿਨ ਗੁਰਮੁਖ ਆਪ ਪਛਾਨਿਆ,
ਨਾਨਕ ਕਹੈ ਅਵਰ ਨਹੀਂ ਦੂਜਾ, ਸਾਚ ਸ਼ਬਦ ਮਨ ਮਾਨਿਆ। ਗੁਰੂ ਦੇ ਸ਼ਬਦ ਵਿੱਚ ਮਨ ਪਤੀਜ ਗਿਆ। ਇਹ ਉਦਾਸੀ, ਕਬੀਰ ਸਾਹਿਬ ਐਸੇ ਉਦਾਸੀ ਸਨ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਕਮਲ ਕੋਈ ਪਾਣੀ ਨੂੰ ਤਿਆਗ ਕੇ ਦੌੜਦਾ ਨਹੀਂ, ਪਰ ਨਿਰਲੇਪ ਜ਼ਰੂਰ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਗ੍ਰਸਤ ਵਿੱਚ ਇੰਜ ਉਦਾਸੀ ਬਣ ਕੇ ਰਹਿਣਾ ਹੈ ਜਿਵੇਂ ਪਾਣੀ ਵਿੱਚ ਕਮਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਆਪਣੇ ਕਵਿਤ ਸਵਈਆਂ ਵਿੱਚ। ਉਹ ਕਹਿੰਦੇ ਨੇ, ਜੀਵਨ ਮੁਕਤ ਜਗ ਜੀਵਨ ਜੁਗਤ ਜਾਨੀ, ਜਿਸ ਨੇ ਸੰਸਾਰ ਵਿੱਚ ਵਿਚਰਦਿਆਂ ਜ਼ਿੰਦਗੀ ਜਿਉਣ ਦੀ ਜੁਗਤੀ ਜਾਣ ਲਈ ਹੈ, ਉਹ ਜੀਵਨ ਮੁਕਤ ਹੋ ਗਿਆ ਹੈ। ਉਹ ਹਰ ਗੱਲ ਦੀ ਅਸਲੀਅਤ ਜਾਣਦਾ ਹੈ। ਪਦਾਰਥ ਦਾ ਸੰਬੰਧ ਇੱਥੋਂ ਤੱਕ ਹੈ, ਪਰਮਾਤਮਾ ਦਾ ਸੰਬੰਧ ਇੱਥੋਂ ਤੱਕ ਹੈ। ਉਸ ਨੂੰ ਭੇਦ ਦਾ ਪਤਾ ਹੈ। ਜੀਵਨ ਮੁਕਤ ਜਗ ਜੀਵਨ ਜੁਗਤ ਜਾਨੀ, ਸਲਿਲ ਕਮਲ ਗਤ ਮਾਇਆ ਮੇ ਉਦਾਸੀ। ਜਿਵੇਂ ਕਮਲ ਪਾਣੀ ਵਿੱਚ ਹੈ ਨਿਰਲੇਪ, ਤਿਵੇਂ ਐਸਾ ਗੁਰਮੁਖ ਸੰਸਾਰ ਵਿੱਚ ਨਿਰਲੇਪ ਰਹਿੰਦਾ ਹੈ। ਸੱਚ ਸਿਮਰਿਆ ਹੋਵੈ ਪ੍ਰਗਾਸ, ਤਾਤੇ ਵਿਖਿਆ ਮਹਿ ਰਹਿ ਉਦਾਸ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਕੁਝ ਵੀ ਛੱਡਣਾ ਨਹੀਂ, ਪਰ ਵਿਚਰਨ ਦੀ ਜਾਚ ਸਿੱਖ ਲਈ। ਜਿਨ੍ਹਾਂ ਨੇ ਸੰਸਾਰ ਦੀ ਅਸਲੀਅਤ ਜਾਣੀ, ਪੜਚੋਲਵੀਂ ਦ੍ਰਿਸ਼ਟੀ ਨਾਲ ਦੇਖੀ ਕਿ ਹੱਡ ਇੱਕ ਦਿਨ ਲੱਕੜੀ ਤਰ੍ਹਾਂ ਸੜ ਜਾਣੇ ਨੇ, ਕੇਸ ਘਾਹ ਦੇ ਪੂਲੇ ਵਾਂਗ ਜਲ ਜਾਣਗੇ, ਇਹ ਕਾਇਆ ਰਾਖ ਹੋ ਜਾਏਗੀ, ਕੁਝ ਵੀ ਨਾਲ ਜਾਣ ਵਾਲਾ ਨਹੀਂ। ਨਾਲ ਜਾਣ ਵਾਲਾ ਪਦਾਰਥ ਪਰਮਾਤਮਾ ਦਾ ਨਾਮ ਹੈ, ਉਸੇ ਨੇ ਸਹਾਈ ਹੋਣਾ ਹੈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਉਹਨਾਂ ਪ੍ਰਾਣੀਆਂ ਨੇ ਨਾਮ ਪੱਲੇ ਬੰਨਿਆ। ਕਾਇਆ ਦਾ ਤਾਂ ਹਸ਼ਰ ਇਹੀ ਹੈ। ਅਨਿਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਜਾਲਣੀ ਪਏਗੀ ਹੀ, ਕੋਈ ਰੱਖ ਨਾ ਸਕੇਗਾ। ਕਬੀਰ ਜੀ ਨੇ ਇੱਕ ਹੋਰ ਸ਼ਬਦ ਵਿੱਚ ਆਖਿਆ, ਉਹ ਕਹਿੰਦੇ ਨੇ, ਦੇਖੋ ਪਸ਼ੂ ਦਾ ਚਮੜਾ ਹੱਡੀਆਂ ਕੰਮ ਆ ਗਈਆਂ, ਮਨੁੱਖ ਦੇ ਉਹ ਵੀ ਕੰਮ ਨਾ ਆਏ। ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ 10 ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। हाड जले जैसे लकड़ी का तूला, केस जले जैसे घास का पूला। कहो कबीर तब ही नर जागै, जम का डंड मूंड में लागै। बहुत देर हो गई तां जाग्या, जद मौत दा डंडा सिर ते आण वज्जिया। पर जिन्हां ने दूजे नाल वरतदी घटना देख के सियाणप नाल समझण दा उपराला कीता, उन्हां नूं पता सी पारोसी के जो हुआ तू अपने भी जान। जो अज किसे होर नाल वापरिया है वो तेरे नाल भी वापरेगा। कल तेरियां हड्डियां भी लकड़ां दी तरह जलणगियां, तेरे केस भी घाह वांग जल जाणगे। कोई यतन कर कि इस दुनिया तो दीन वल उच्चा उठ सके। यह है दर असली उदासी होण दा ढंग। रहो संसार विच पर सुरत सिरजणहार नाल जुड़ी रहे। कबीर हाड जरे ज्यों लाकरी, केस जरे ज्यों घास। इहो जग जरता देख कै भयो कबीर उदास। 37वें श्लोक अंदर फरमान आया है, कबीर गर्भ न कीजिए चाम लपेटे हाड, हैवर ऊपर छतर तर ते फुन धरनी गाड।
ਇਸੇ ਚੰਮ ਤੇ ਹੱਡ ਤੇ ਕੀ ਮਾਣ ਕਰਨਾ ਹੈ, ਜਿਸ ਹੱਡੀਆਂ ਦੇ ਢਾਂਚੇ ਨੇ ਇੱਕ ਦਿਨ ਬਿਖਰ ਜਾਣਾ ਹੈ, ਲੱਕੜੀਆਂ ਦੀ ਤਰ੍ਹਾਂ ਜਲ ਜਾਣਾ ਹੈ। ਚੰਮ ਵਿੱਚ ਲਪੇਟੇ ਹੋਏ ਕੁਝ ਹੱਡ ਨੇ ਇੱਕ ਸਟਰਕਚਰ ਬਣਾ ਦਿੱਤਾ ਹੈ ਨਿਰੰਕਾਰ ਨੇ, ਔਰ ਤੇਰਾ ਜੀਵਨ ਚੱਲ ਰਿਹਾ ਹੈ। ਇਸ ਦੇ ਨਾਲ ਨਾਲ ਇਹ ਮਾਲਕ ਦੀ ਕਿਰਪਾ ਹੈ ਕਿ ਤੈਨੂੰ ਚੰਗੀਆਂ ਸਵਾਰੀਆਂ ਵੀ ਮਿਲੀਆਂ ਹੋਈਆਂ ਨੇ। ਹੈਵਰ ਉੱਪਰ ਚੰਗੇ ਘੋੜਿਆਂ ਦੀ ਸਵਾਰੀ ਕਰਦਾ ਹੈ। ਉਹਨਾਂ ਦਿਨਾਂ ਦੇ ਘੋੜੇ ਅੱਜ ਦੀਆਂ ਕਾਰਾਂ, ਹੈਲੀਕਾਪਟਰ, ਹਵਾਈ ਜਹਾਜ਼ ਕਿ ਪਾਣੀ ਦੇ ਜਹਾਜ਼। ਤੇਰੇ ਪਾਸ ਚੰਗੀਆਂ ਸਵਾਰੀਆਂ ਹੋਣ, ਔਰ ਯਾਦ ਰੱਖ ਬੜੇ ਲੋਕਾਂ ਪਾਸ ਇਹ ਸਨ। ਹੈਵਰ ਉੱਪਰ ਛਤਰ ਤਰ ਤੇ ਸਿਰ ਤੇ ਛਤਰ ਵੀ ਝੁਲਦੇ ਸਨ। ਚੰਗੇ ਘੋੜਿਆਂ ਦੀ ਸਵਾਰੀ ਤੇ ਸਿਰ ਤੇ ਛਤਰ ਝੁੱਲਣ ਤੇ ਫੁਨ ਧਰਨੀ ਗਾਢ। ਹਸ਼ਰ ਉਹਨਾਂ ਦਾ ਵੀ ਉਹੀ ਹੋਇਆ। ਆਖਿਰ ਉਹਨਾਂ ਨੂੰ ਵੀ ਜ਼ਮੀਨ ਵਿੱਚ ਗੱਡ ਦਿੱਤਾ ਗਿਆ। ਚਾਹੇ ਦਫਨਾ ਦਿਓ, ਚਾਹੇ ਜਲਾ ਦਿਓ, ਮਿਲਣਾ ਮਿੱਟੀ ਵਿੱਚ ਹੀ ਹੈ। ਦਰਅਸਲ ਇਹ ਹੈ ਹੀ ਰੇਤ ਦੀ ਕੰਧ, ਕਿੰਨੀ ਕੁ ਦੇਰ ਟਿਕੇਗੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਬਾਰੂ ਭੀਤ, ਬਾਰੂ ਆਖਦੇ ਨੇ ਬਾਲੂ ਨੂੰ, ਰੇਤ ਨੂੰ, ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਇਹਨਾਂ ਦਾ ਗੁਮਾਨ ਨਾ ਕਰ। ਨਾ ਘੋੜੇ ਨਾਲ ਗਏ ਨੇ, ਨਾ ਹਾਥੀ, ਨਾ ਮਹਿਲ ਮਾੜੀਆਂ। ਆਖਰ ਤੂੰ ਜ਼ਮੀਨ ਵਿੱਚ ਮਿਲ ਜਾਣਾ ਹੈ। ਇਹਨਾਂ ਉੱਪਰ ਗੁਮਾਨ ਕਰਕੇ ਐਵੇਂ ਹੰਕਾਰ ਦੀਆਂ ਚੋਟੀਆਂ ਨਾ ਖੜੀਆਂ ਕਰ ਲਈ। ਹੰਕਾਰ ਦੇ ਸਿਖਰ ਉਠਾਉਣ ਵਾਲੇ ਮਾਲਕ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਇਆ ਕਰਦੇ ਨੇ। ਪੰਚਮ ਪਾਤਸ਼ਾਹ ਜੀ ਨੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਇੱਕ ਸ਼ਲੋਕ ਅੰਕਿਤ ਕੀਤਾ ਹੈ ਆਪਣਾ। ਫਰੀਦਾ ਗਰਬ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ। ਜਿਨ੍ਹਾਂ ਅੰਦਰ ਬੜਾ ਗੁਮਾਨ ਸੀ ਕਿ ਧਨ ਬਹੁਤ ਹੈ, ਜਵਾਨੀ ਬੜੀ ਜ਼ੋਰਦਾਰ ਹੈ ਮੇਰੀ, ਸੁੰਦਰਤਾ ਹੈ ਕਿ ਤਾਕਤ ਹੈ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮੀਹਾ। ਟਿੱਬੇ ਉੱਚੇ ਉੱਠੇ ਖੜੋਤੇ ਹੁੰਦੇ ਨੇ, ਲੇਕਿਨ ਜਦ ਬਰਸਾਤ ਪੈਂਦੀ ਹੈ ਉਹ ਟਿੱਬਿਆਂ ਤੋਂ ਟੋਇਆਂ ਵੱਲ ਨੂੰ ਚਲੀ ਜਾਂਦੀ ਹੈ। ਹੰਕਾਰ ਦੇ ਸਿਖਰ ਉਠਾਉਣ ਵਾਲੇ ਖਾਲੀ ਰਹਿ ਜਾਂਦੇ ਨੇ। ਇਸ ਲਈ ਗੁਰਬਾਣੀ ਅੰਦਰ ਸਾਨੂੰ ਬਾਰ-ਬਾਰ ਤਾਕੀਦ ਕੀਤੀ ਗਈ ਹੈ, ਗਰਬ ਨਾ ਕਰੀ, ਅਹੰਕਾਰ ਤੋਂ ਬਚੀ। ਜੇ ਆਪਣਾ ਭਲਾ ਚਾਹੁੰਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਮਾਲ ਦੇ ਬਚਨ ਕਹੇ। ਜੇ ਆਪਣਾ ਭਲਾ ਕਰਨਾ ਚਾਹੁੰਦਾ ਹੈ, ਔਰ ਕੌਣ ਇਨਸਾਨ ਹੈ ਜੋ ਆਪਣਾ ਭਲਾ ਕਰਨਾ ਨਹੀਂ ਚਾਹੁੰਦਾ? ਕੋਈ ਐਸਾ ਹੈ ਕਦੀ ਮਿਲਿਆ ਜਿਹੜਾ ਆਖੇ ਮੈਨੂੰ ਆਪਣੇ ਭਲੇ ਦੀ ਕੋਈ ਪਰਵਾਹ ਹੀ ਨਹੀਂ? ਹਰ ਵਿਅਕਤੀ ਕੀ, ਹਰ ਜੀਵ ਆਪਣਾ ਭਲਾ ਚਾਹੁੰਦਾ ਹੈ, ਮੈਨੂੰ ਸੁੱਖ ਮਿਲੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਫਿਰ ਇੱਕ ਕੰਮ ਕਰ। ਉਸ ਕੰਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਆਖਣ ਲੱਗੇ, ਜੇ ਲੋੜ ਹੈ ਚੰਗਾ ਆਪਣਾ, ਜੇ ਆਪਣਾ ਚੰਗਾ ਚਾਹੁੰਦਾ ਹੈ, ਕਰ ਪੁੰਨੋ ਨੀਚ ਸਦਾਈਏ। ਕੰਮ ਨੇਕ ਕਰ, ਪਰ ਰੋ ਨੀਵਾ ਬਣ ਕੇ। ਹੰਕਾਰ ਨਾ ਕਰੀ ਕਿਸੇ ਵੀ ਹਾਲਤ ਵਿੱਚ। ਤੇ ਜਿਸ ਨੇ ਇਹ ਅਵਸਥਾ ਬਣਾ ਲਈ, ਗੁਰੂ ਦੀ ਮੱਤ ਪੱਲੇ ਬੰਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ, ਹੋਂ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੇ।
ਜਿਸ ਦੇ ਪੱਲੇ ਗੁਰਮਤਿ ਹੈ, ਅਹੰਕਾਰ ਨਹੀਂ, ਗਰਬ ਨਹੀਂ ਕਰਦਾ ਕਿਸੇ ਵੀ ਗੱਲ ਦਾ ਨਹੀਂ। ਜਿਹੜੇ ਚੰਗੀਆਂ ਸਵਾਰੀਆਂ ਤੇ ਗੁਮਾਨ ਕਰ ਬੈਠੇ, ਆਖਰ ਉਹਨਾਂ ਨੂੰ ਵੀ ਚਾਰ ਭਰਾ ਚੁੱਕ ਕੇ ਹੀ ਸ਼ਮਸ਼ਾਨ ਭੂਮੀ ਤੱਕ ਛੱਡ ਕੇ ਆਏ, ਸਵਾਰੀਆਂ ਕੰਮ ਨਹੀਂ ਆਈਆਂ। ਫਿਰ ਮੁਰਦੇ ਨੂੰ ਕਿਸੇ ਸਵਾਰੀ ਤੇ ਬਿਠਾ ਵੀ ਦਿਓਗੇ ਤਾਂ ਉਸ ਨੂੰ ਕੀ ਪਤਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਬੜੇ ਪਿਆਰੇ ਬਚਨ ਹਨ। ਬੜੇ ਤਾਕਤਵਰ ਮਦਮਸਤ ਹਾਥੀ ਤੇਰੇ ਪਾਸ ਹੋਣ, ਜਾਂ ਜਿਨ੍ਹਾਂ ਪਾਸ ਸਨ, ਗਹਿਣਿਆਂ ਨਾਲ ਜੜੇ ਹੋਏ ਘੋੜੇ ਵਧੀਆ, ਰੰਗ ਰੰਗੀਲੇ, ਹਿਰਨਾਂ ਵਾਂਗੂ ਕੁੱਦਣ ਵਾਲੇ, ਇੰਨੇ ਤੇਜ਼ ਕਿ ਪਾਉਣ ਦੀ ਸਪੀਡ ਨੂੰ ਵੀ ਮਾਤ ਪਾ ਦੇਣ। ਦੇਖੋ ਦਸਮ ਪਾਤਸ਼ਾਹ ਦੇ ਬਚਨ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ। ਹਿਰਨਾਂ ਦੀ ਤਰ੍ਹਾਂ ਕੁੱਦਦੇ ਹੋਣ ਤੇ ਸਪੀਡ ਇੰਨੀ ਹੋਵੇ, ਪੌਣ ਕੇ ਗੌਨ ਕੋ ਜਾਤ ਨਿਵਾਰੇ। ਇਹ ਕੋਈ ਮਾਮੂਲੀ ਬਾਤ ਨਹੀਂ। ਘੋੜਿਆਂ ਦੀ ਸਪੀਡ ਇੰਨੀ ਹੋਣੀ ਕਿ ਹਵਾ ਦੀ ਰਫ਼ਤਾਰ ਤੋਂ ਵੱਧ ਤੇਜ਼ ਚੱਲਣ। ਹਵਾ ਦੀ ਰਫ਼ਤਾਰ ਤਾਂ ਕੋਈ ਪੈਮਾਨਾ ਹੈ ਹੀ ਨਹੀਂ, ਵੱਧ ਤੋਂ ਵੱਧ ਤੂਫਾਨ ਤੇਜ਼ੀ ਦਾ ਆ ਸਕਦਾ ਹੈ। ਔਰ ਘੋੜੇ ਦੀ ਸਪੀਡ ਵੱਧ ਤੋਂ ਵੱਧ ਜੋ ਮਾਪੀ ਗਈ ਹੈ, ਉਹ ਤਾਂ ਹਵਾ ਦੇ ਮੁਕਾਬਲੇ ਕੁਝ ਵੀ ਨਹੀਂ। ਤੁਸੀਂ ਹੈਰਾਨ ਹੋਵੋਗੇ, ਘੋੜੇ ਨਾਲੋਂ ਪਾਣੀ ਦੀ ਇੱਕ ਮੱਛੀ ਹੈ ਜਿਹੜੀ ਪਾਣੀ ਵਿੱਚ ਵਧੇਰੇ ਤੇਜ਼ ਚੱਲ ਜਾਂਦੀ ਹੈ। ਸੇਲ ਫਿਸ਼ ਸਭ ਤੋਂ ਤੇਜ਼ ਚੱਲਣ ਵਾਲੀ ਪਾਣੀ ਵਿੱਚ ਮੱਛੀ ਹੈ, ਜਿਹੜੀ 1 ਘੰਟੇ ਵਿੱਚ 110 ਕਿਲੋਮੀਟਰ ਚਲੀ ਜਾਂਦੀ ਹੈ। ਘੋੜੇ ਦੀ ਸਪੀਡ ਤਾਂ ਉਸ ਦੇ ਮੁਕਾਬਲੇ ਬਹੁਤ ਘੱਟ ਹੈ। ਘੋੜੇ ਦੀ ਸਪੀਡ ਮਾਪੀ ਗਈ ਹੈ 69 ਕਿਲੋਮੀਟਰ ਪਰ ਆਵਰ, 69 ਮੀਲ 1 ਘੰਟੇ ਦੀ। ਘੋੜੇ ਨਾਲੋਂ ਤਾਂ ਕਈ ਪਸ਼ੂ ਤੇਜ਼ ਦੌੜਦੇ ਨੇ। ਸ਼ੇਰ ਵੀ ਦੌੜੇ 80 ਕਿਲੋਮੀਟਰ ਪਰ ਆਵਰ ਉਸ ਦੀ ਸਪੀਡ ਮਾਪੀ ਗਈ ਹੈ। ਚੀਤਾ ਉਸ ਤੋਂ ਤੇਜ਼ ਹੈ 105 ਕਿਲੋਮੀਟਰ ਪਰ ਆਵਰ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ, ਐਸੀਆਂ ਸਵਾਰੀਆਂ ਹੋਣ ਜਿਹੜੀਆਂ ਹਵਾ ਨੂੰ ਵੀ ਮਾਤ ਪਾ ਦੇਣ। ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਪੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਵੱਡੀਆਂ ਵੱਡੀਆਂ ਬਾਹਾਂ ਵਾਲੇ ਭਾਵ ਤਾਕਤਵਰ ਸਮਰਾਟ ਵੀ ਆ ਕੇ ਸਿਰ ਝੁਕਾਉਂਦੇ ਹੋਣ, ਗਿਣੇ ਨਾ ਜਾਣ, ਤਾਂ ਵੀ ਮਿੱਤਰਾ ਯਾਦ ਰੱਖੀ, ਏਤੇ ਭਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਗੇ ਹੀ ਪਾਏ ਪਧਾਰੇ। ਅੰਤਕਾਲ ਘੋੜਿਆਂ ਦੀਆਂ ਸਵਾਰੀਆਂ ਛੱਡ ਨੰਗੇ ਪੈਰੀ ਜਾਣਾ ਹੈ। ਕੀ ਗੁਮਾਨ ਕਰਨਾ? ਸਰੀਰ ਦਾ ਗੁਮਾਨ ਵੀ ਨਾ ਕਰ ਤੇ ਸਵਾਰੀਆਂ ਦਾ ਗੁਮਾਨ ਵੀ ਨਾ ਕਰ। ਇੱਕ ਦਿਨ ਜ਼ਮੀਨ ਵਿੱਚ ਤੈਨੂੰ ਗੱਡਿਆ ਜਾਣਾ ਹੈ, ਗੱਡ ਦੇਣਾ ਹੈ। जोगी जति ब्रह्मचारी, बड़े बड़े छत्र धारी, छत्र ही की छाया कई कोस लो चलत है। दसम पातशाह कहते ने, ਵੱਡੇ ਵੱਡੇ ਸਮਰਾਟ, ਜੋਗੀ ਜਤੀ ਬ੍ਰਹਮਚਾਰੀ। ਜੋਗੀ ਜਤੀ ਬ੍ਰਹਮਚਾਰੀ, बड़े बड़े छत्रधारी, छत्र ही की छाया कई कोसलो चलत हैं। बड़े बड़े राजन के दावत फिरत देश, बड़े बड़े भूपन के द्रप को दलत है। दूजियां दे राज भी दब लैन, अपने हेठ कब्जा कर लैन। ਵੱਡੇ ਵੱਡੇ ਅਹੰਕਾਰੀ ਰਾਜਿਆਂ ਨੂੰ ਮਲ ਕੇ ਰੱਖ ਦੇਣ। मान से महीप और दिलीप के से छत्रधारी, बढ़ अभिमान पुज दंड को करत हैं। दारा से दिलीसर
दुर्योधन से मान धारी, भोग भोग भूम अंत भूम में मिलत है। ਇਹ ਜ਼ਮੀਨ ਤੇ ਭੋਗ ਭੋਗਦਿਆਂ ਆਖਿਰ ਜ਼ਮੀਨ ਵਿੱਚ ਹੀ ਮਿਲ ਗਏ। ਹਰ ਇੱਕ ਦਾ ਹਸ਼ਰ ਇਹੀ ਹੈ। ਇਸ ਲਈ ਕਬੀਰ ਜੀ ਕਹਿੰਦੇ ਨੇ, ਐਵੇਂ ਸਰੀਰ ਤੇ ਹੰਕਾਰ ਨਾ ਕਰ, ਸਵਾਰੀਆਂ ਤੇ ਵੀ ਮਾਣ ਨਾ ਕਰ। ਅਨੇਕਾਂ ਆਏ ਬੜੇ ਬੜੇ ਬਲਵਾਨ ਸਰੀਰਾਂ ਵਾਲੇ, ਖੂਬਸੂਰਤੀ ਵਾਲੇ, ਚੰਗੀਆਂ ਸਵਾਰੀਆਂ ਭੋਗਣ ਵਾਲੇ, ਜਿਨ੍ਹਾਂ ਦੇ ਸਿਰ ਤੇ ਛਤਰ ਪੈ ਸੋਨੇ ਦੇ ਝੁੱਲਦੇ ਹੋਣਗੇ, ਪਰ ਅਖੀਰ ਉਹ ਵੀ ਜ਼ਮੀਨ ਵਿੱਚ ਦੱਬ ਦਿੱਤੇ ਗਏ, ਭੂਮੀ ਵਿੱਚ ਮਿਲ ਗਏ। ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਹਾਡ, ਹੈਵਰ ਉੱਪਰ, ਚੰਗੇ ਘੋੜਿਆਂ ਦੇ ਉੱਪਰ ਸਵਾਰੀਆਂ ਕਰਦੇ, ਛਤਰ ਤਰ ਤੇ ਛਤਰਾਂ ਦੇ ਹੇਠਾਂ ਸਿਰਾਂ ਤੇ ਛਤਰ ਪੈ ਝੁੱਲਣ, ਤੇ ਫੁਨ ਧਰਨੀ ਗਾਡ, ਉਹ ਵੀ ਆਖਰ ਜ਼ਮੀਨ ਵਿੱਚ ਹੀ ਜਾ ਮਿਲੇ। 38ਵਾਂ ਸ਼ਲੋਕ ਹੈ, ਕਬੀਰ ਗਰਬ ਨਾ ਕੀਜੀਐ, ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ। ਸਵਾਰੀਆਂ ਤੋਂ ਅਗਾਂਹ ਦੇ ਸ਼ਲੋਕ ਵਿੱਚ ਕਬੀਰ ਜੀ ਨੇ ਉਹਨਾਂ ਟਿਕਾਣਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਰਹਿੰਦਾ ਹੋਇਆ ਮਨੁੱਖ ਆਪਣੇ ਨਾਮ ਦੀ ਤਖਤੀ ਲਾ ਕੇ ਤੇ ਬੜਾ ਆਕੜ ਕੇ ਫਿਰਦਾ ਹੈ, ਇਹ ਮਹੱਲ ਮੇਰਾ ਹੈ, ਉੱਚੀਆਂ ਅਟਾਰੀਆਂ ਮੇਰੀਆਂ ਨੇ, ਸਰਾਂ ਦਾ ਮਾਲਕ ਬਣ ਕੇ ਬੈਠ ਗਿਆ ਹੈ। ਪੰਚਮ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦੇ ਨੇ, ਇਹ ਇੰਜ ਨੇ ਜਿਵੇਂ ਦਰਖਤ ਦੀ ਛਾਂ ਹੋਵੇ, ਸੂਰਜ ਦੇ ਫਿਰਦਿਆਂ ਹੀ ਛਾਂ ਫਿਰ ਜਾਂਦੀ ਏ, ਐਵੇਂ ਗੁਮਾਨ ਨਾ ਕਰੀ, ਕੁਝ ਤੇਰਾ ਨਹੀਂ। ਜਿਨ੍ਹਾਂ ਜਿਨ੍ਹਾਂ ਚੀਜ਼ਾਂ ਤੇ ਇਹ ਮਨੁੱਖ ਮਾਣ ਕਰ ਰਿਹਾ ਸੀ, ਉਹਨਾਂ ਦੇ ਇਸ਼ਾਰੇ ਦਿੱਤੇ ਪੰਚਮ ਪਾਤਸ਼ਾਹ ਨੇ। ਮਨ ਆਪਣੇ ਨੂੰ ਮੁਖਾਤਬ ਕੀਤਾ ਤੇ ਟਿਕਾਣਾ ਸੁੱਖ ਦਾ ਵੀ ਦੱਸਿਆ। ਮੇਰੇ ਮਨ ਸ਼ਰਨ ਪ੍ਰਭੂ ਸੁੱਖ ਪਾਏ। ਯਾਦ ਰੱਖ, ਜਾ ਦਿਨ ਬਿਸਰੇ ਪ੍ਰਾਨ ਸੁਖ ਦਾਤਾ, ਸੋ ਦਿਨ ਜਾਤ ਅਜਾਏ। ਜਿਹੜਾ ਦਿਨ ਪ੍ਰਾਣ ਦੇਣ ਵਾਲੇ ਸੁੱਖਾਂ ਦੇ ਦਾਤੇ ਨੂੰ ਭੁਲਾ ਕੇ ਲੰਘਾਏਗਾ, ਉਹ ਦਿਨ ਤੇਰਾ ਬੇਕਾਰ ਚਲਾ ਗਿਆ। ਤਨ ਮੇਰਾ ਸੰਪੈ ਸਭ ਮੇਰੀ, ਇਹ ਬੰਦਾ ਆਖਦਾ ਹੈ ਇੱਕ ਰਾਤ ਦਾ ਮਹਿਮਾਨ ਸਰਾਂ ਵਿੱਚ ਆਇਆ। ਏਕ ਰੈਣ ਕੇ ਪਾਹੁਨ ਤੁਮ ਆਏ, ਬਹੁ ਜੁਗ ਆਸ ਵਧਾਏ। ਆਇਆ ਇੱਕ ਰਾਤ ਦਾ ਮਹਿਮਾਨ ਤੇ ਦਾਈਏ ਬਣ ਕੇ ਬੈਠ ਗਿਆ, ਜੁਗਾਂ ਤੱਕ ਰਹਿਣ ਦੇ। ਇੱਕ ਸਿਆਣੇ ਨੇ ਆਖਿਆ ਹੈ, ਯਹ ਦੁਨੀਆ ਏਕ ਸਰਾਂ ਹੈ, इसको आखिर छोड़ जाना है, अगर 2-4 दिन आकर यहाँ ठहरे तो क्या ठहरे। सतगुरु कहते ने, एक रैन के पाहुन तुम आए, बहु जुग आस बधाए। गृह मंदिर संपै जो दिसै, ज्यों तरवर की इच्छा है। भावें घर है, भावें महल माड़ियां ने, कि संपत्ति दौलत है, ਇਹ ਦਰਖਤ ਦੀ ਛਾਂ ਵਾਂਗ ਨੇ, ਟਲ ਜਾਏਗੀ। ਐਵੇਂ ਦਾਵੇ ਨਾ ਕਰ, ਤਨ ਮੇਰਾ ਸੰਪੈ ਸਭ ਮੇਰੀ, ਬਾਗ ਮਿਲਖ ਸਭ ਜਾਏ। ਦੇਵਨਹਾਰਾ ਬਿਸਰਿਓ ਠਾਕੁਰ, ਖਿਨ ਮਹਿ ਹੋਤ ਪਰਾਏ। ਜਿਸ ਦਾਤੇ ਨੇ ਇਹ ਦਾਤਾਂ ਬਖਸ਼ੀਆਂ ਨੇ, ਉਸਨੂੰ ਭੁਲਾ ਦਿੱਤਾ ਹੀ। ਇਹ ਪਲ ਵਿੱਚ ਪਰਾਏ ਹੋ ਜਾਣੇ ਨੇ, ਮਿੱਤਰਾ ਤੇਰੇ ਰਹਿਣੇ ਨਹੀਂ। ਐ ਮਨ ਸਮਝ, ਜਿਹੜਾ ਤੂੰ ਹਾਰ ਸ਼ਿੰਗਾਰ ਕਰਕੇ ਗੁਮਾਨ ਕਰਨਾ ਹੈ, ਉਸ ਦੇ ਸੰਬੰਧ ਵਿੱਚ ਵੀ ਸਮਝ ਲੈ। ਤਨ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਸਤਿਗੁਰੂ ਇਸ ਪੱਖ ਤੋਂ ਨਹੀਂ ਰੋਕਦੇ, ਪਰ ਫਵਾ ਫਵਾ ਕੇ ਆਕੜਨਾ ਇਹ ਕੋਈ ਸਿਆਣਪ ਨਹੀਂ। ਪਹਿਰੈ ਬਾਗਾ ਚਿੱਟੇ ਬਸਤਰ, ਕਰ ਇਸ਼ਨਾਨਾ ਚੋਆ ਚੰਦਨ ਲਾਏ। ਨਿਰਭਉ ਨਿਰੰਕਾਰ ਨਹੀਂ ਚੀਨਿਆ, ਜਿਉ ਹਸਤੀ ਨਾ ਵਾਏ। ਤੇ
ਤਨ ਸਾਫ਼ ਰੱਖਣਾ ਇਸ ਪੱਖ ਨੂੰ ਸੋਚ ਕੇ ਕਿ ਮਾਲਕ ਦਾ ਘਰ ਹੈ, ਪ੍ਰਭੂ ਅੰਦਰ ਵਸਦਾ ਹੈ, ਮੁਬਾਰਕ ਹੈ। ਲੇਕਿਨ ਤਨ ਨੂੰ ਸਜਾਉਣਾ, ਸ਼ਿੰਗਾਰ ਵਿਕਾਰ ਵਾਸਤੇ ਕਰਨੇ, ਇਹ ਗੁਨਾਹ ਹੈ। ਇਹ ਤਾਂ ਹਾਥੀ ਨਹਾ ਕੇ ਆਪਣੇ ਉੱਪਰ ਜਿਵੇਂ ਗੰਦ ਸੁੱਟ ਲਵੇ, ਇਹ ਹਾਲਤ ਹੈ। ਕਬੀਰ ਸਾਹਿਬ ਕਹਿੰਦੇ ਨੇ, ਦੇਖ ਉੱਚੀਆਂ ਅਟਾਰੀਆਂ ਤੇ ਮਾਣ ਨਾ ਕਰ। ਅਟਾਰੀਆਂ ਬੁਰੀਆਂ ਨਹੀਂ, ਮਹਿਲ ਮਾੜੀਆਂ ਹੋਣ ਇਹ ਕੋਈ ਮਿਹਣਾ ਨਹੀਂ, ਚੰਗੀ ਗੱਲ ਹੈ। ਕਮਾਈ ਕਰਕੇ ਬਣਾਏ ਨੇ, ਇਹਨਾਂ ਵਿੱਚ ਰਹੋ, ਸੁੱਖ ਭੋਗ, ਪਰ ਦੇਖ ਭੁੱਲ ਨਾ ਜਾਈ। ਇਹ ਵੀ ਪਵਿੱਤਰ ਹੋ ਸਕਦੇ ਨੇ, ਤੇਰੀਆਂ ਸਵਾਰੀਆਂ ਵੀ ਪਵਿੱਤਰ ਹੋ ਸਕਦੀਆਂ ਨੇ। ਲੇਕਿਨ ਇੱਕ ਜੁਗਤ ਹੈ, ਉਹ ਜੁਗਤ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਖੂਬੀ ਸਾਨੂੰ ਸਮਝਾਈ। ਰਾਗ ਸੋਰਠ ਦੀ ਵਾਰ ਦੀ 16ਵੀਂ ਪੌੜੀ ਵਿੱਚ ਕਹਿਣ ਲੱਗੇ, ਖਾਣਾ ਪੀਣਾ ਪਹਿਨਣਾ, ਸਵਾਰੀਆਂ ਭੋਗਣੀਆਂ, ਮਹੱਲਾਂ 'ਚ ਰਹਿਣਾ, ਕੋਈ ਚੀਜ਼ ਬੁਰੀ ਨਹੀਂ ਜੇ ਜੁਗਤ ਆਉਂਦੀ ਹੋਵੇ, ਜਾਚ ਆਉਂਦੀ ਹੋਵੇ। ਉਹਨਾਂ ਜਾਚ ਦੱਸੀ। ਕਹਿਣ ਲੱਗੇ, ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰਿ ਰਾਤੇ। ਜਿਨ੍ਹਾਂ ਨੇ ਮਾਇਆ 'ਚ ਰਹਿੰਦਿਆਂ ਮਾਲਕ ਨੂੰ ਚੇਤੇ ਰੱਖਿਆ, ਕਮਾਉਣ ਵੇਲੇ ਵੀ ਤੇ ਖਰਚਣ ਵੇਲੇ ਵੀ ਮਾਲਕ ਦੇ ਰਾਹ ਨੂੰ ਪਹਿਲ ਦਿੱਤੀ ਹੈ। ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ। ਖਾਣਾ ਪੀਣਾ ਪਹਿਨਣਾ ਕਮਾਉਣਾ ਸਭ ਪਵਿੱਤਰ ਹੈ, ਜੋ ਨਾਮ ਹਰਿ ਰਾਤੇ, ਜਿਨ੍ਹਾਂ ਦਾ ਚਿੱਤ ਹਰੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਅੱਗੇ ਆ ਗਈਆਂ ਮਹਿਲ ਮਾੜੀਆਂ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਜਿੱਥੇ ਗੁਰਮੁਖ ਆਇਆਂ ਨੂੰ, ਨੇਕ ਪੁਰਸ਼ਾਂ ਆਇਆਂ ਨੂੰ ਮਾਣ ਦਿੱਤਾ ਜਾਂਦਾ ਹੈ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਜਿਸ ਘਰ ਵਿੱਚ ਕਿਸੇ ਆਏ ਗਏ ਦੀ ਸੇਵਾ ਹੀ ਨਹੀਂ, ਭਲੇ ਪੁਰਸ਼ ਦਾ ਆਗਮਨ ਹੀ ਨਹੀਂ ਹੁੰਦਾ, ਉਹ ਘਰ ਕੀ ਕਬਰ ਹੈ, ਸੁੰਨਸਾਨ ਹੈ। ਇਹ ਤਾਂ ਸਤਸੰਗ ਬਣਦੇ ਰਹਿਣ ਤਾਂ ਚੰਗਾ ਹੈ। ਨੇਕ ਪੁਰਸ਼ਾਂ ਦਾ ਆਗਮਨ ਹੋਵੇਗਾ, ਕੋਈ ਨੇਕੀ ਦੀ ਬਾਤ ਹੋਵੇਗੀ, ਨੇਕੀ ਦੀ ਵਾਈਬ੍ਰੇਸ਼ਨ ਬਣੇਗੀ, ਕੋਈ ਧਰਮ ਦੀ ਦੁਨੀਆ ਦਾ ਰਾਹ ਮਿਲੇਗਾ। ਜਿੱਥੇ ਉਹਨਾਂ ਨੂੰ ਮਾਣ ਹੈ, ਉਹ ਮਹੱਲ ਪਵਿੱਤਰ ਨੇ। ਅੱਗੇ ਸਵਾਰੀਆਂ ਦਾ ਜ਼ਿਕਰ ਕੀਤਾ। ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ। ਭਾਵੇਂ ਘੋੜੇ ਨੇ, ਭਾਵੇਂ ਹਾਥੀ, ਭਾਵੇਂ ਅੱਜ ਦੀਆਂ ਕਾਰਾਂ ਤੇ ਭਾਵੇਂ ਹੋਰ ਸਵਾਰੀਆਂ, ਉਹ ਪਵਿੱਤਰ ਨੇ ਜਿਨ੍ਹਾਂ ਵਿੱਚ ਗੁਰਮੁਖ ਸਿੱਖਾਂ ਨੂੰ ਸਵਾਰੀ ਕਰਵਾਈ ਜਾਂਦੀ ਹੈ। ਆਪ ਹੰਕਾਰ ਨਾਲ ਇਹਨਾਂ ਪਦਾਰਥਾਂ ਨੂੰ ਭੋਗਣਾ ਹੋਰ ਗੱਲ ਹੈ, ਤੇ ਜੇ ਚੰਗੀ ਚਾਨਣੀ ਬਣ ਕੇ ਆਵੇ, ਮਹਾਰਾਜਾ ਰਣਜੀਤ ਸਿੰਘ ਜਾਏ ਤੇ ਉੱਪਰ ਨੂੰ ਨਿਗਾਹ ਕਰਕੇ ਦੇਖੇ ਤੇ ਤੱਤ ਛਿਨ ਮਾਰ ਕੇ ਛਾਲ ਚਾਨਣੀ ਤੋਂ ਪਰੇ ਹੋ ਜਾਏ। ਦੇਖਣ ਵਾਲੇ ਹੈਰਾਨ ਸਨ, ਇੰਨੇ ਪੈਸੇ ਲਾ ਕੇ ਚਾਨਣੀ ਬਣੀ, ਇਹ ਬਾਹਰ ਦੌੜ ਗਏ ਨੇ। ਕੋਈ ਨਾ ਕੋਈ ਕਾਰਨ ਹੋਵੇਗਾ। ਮਹਾਰਾਜਾ ਸਾਹਿਬ ਨੂੰ ਪੁੱਛਿਆ ਗਿਆ, ਕੀ ਕਾਰਨ ਹੈ? ਆਖਣ ਲੱਗੇ, ਇੰਨੀ ਸੁੰਦਰ ਚਾਨਣੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਲੱਗਣੀ ਚਾਹੀਦੀ ਏ, ਇੱਕ ਰਣਜੀਤ ਸਿੰਘ ਦੇ ਉੱਤੇ ਨਹੀਂ। ਕਦੀ ਐਸੀ ਬਿਰਤੀ ਬਣ ਜਾਏ, ਚੰਗੀ ਸਵਾਰੀ ਧਨ ਬਹੁਤ ਹੈ, ਸ਼ਰਧਾ ਬਣ ਜਾਏ ਕਿਸੇ ਗੁਰਮੁਖ ਨੂੰ ਸਵਾਰੀ ਕਰਾਉਣੀ ਹੈ, ਭਾਵਨਾ ਐਸੀ ਹੋਵੇ, ਉਹ ਸਵਾਰੀ ਵੀ ਪਵਿੱਤਰ ਹੋ ਜਾਏਗੀ। ਬੰਦਗੀਵਾਨਾਂ ਦੀ ਸੇਵਾ ਕੀਤਿਆਂ ਸਤਿਗੁਰੂ ਕਹਿੰਦੇ ਨੇ, ਉਹਨਾਂ ਦੇ ਘੋੜੇ ਹਾਥੀ ਸਭ ਪਵਿੱਤਰ ਨੇ, ਜਿਨ੍ਹਾਂ ਦੀਆਂ ਸਵਾਰੀਆਂ ਤੇ ਸਿੱਖ ਸਾਧ ਸੰਤ ਚੜ ਜਾਤੇ। ਪਾਖੰਡੀਆਂ ਦੀ ਗੱਲ ਨਹੀਂ, ਸਤ ਵਿੱਚ ਲੀਨ ਵਿਅਕਤੀਆਂ ਦੀ ਬਾਤ ਹੈ। ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੇ ਹੈ ਹਰ ਹਰ ਰਾਮ ਨਾਮ,
हर साते जिन कै पोतै पुन है, से गुरमुख सिख गुरु पह जाते। ਉਹਨਾਂ ਦੀ ਗੁਰੂ ਨਾਲ ਸਾਂਝ ਬਣ ਜਾਂਦੀ ਹੈ। ਤੋ ਉੱਚੇ ਆਵਾਸ ਹੋਣੇ, ਅਟਾਰੀਆਂ ਹੋਣੀਆਂ, ਚੁਬਾਰੇ ਹੋਣੇ, ਮਹਿਲ ਮਾੜੀਆਂ ਹੋਣੀਆਂ ਮੁਬਾਰਕ ਨੇ, ਪਰ ਜੇ ਇਹਨਾਂ ਤੇ ਅਹੰਕਾਰ ਨਾ ਹੋਵੇ ਤੇ ਨਿਰੰਕਾਰ ਦੀ ਦਾਤ ਜਾਣ ਕੇ ਰੱਬ ਦੇ ਪਿਆਰਿਆਂ ਦੀ ਉੱਥੇ ਸੇਵਾ ਹੁੰਦੀ ਹੋਵੇ। ਨਹੀਂ ਤੇ ਇੱਕ ਦਿਨ ਅਟਾਰੀਆਂ ਤੇ ਰਹਿਣ ਵਾਲਿਆਂ ਵੀ ਜ਼ਮੀਨ ਵਿੱਚ ਲੇਟਣਾ ਹੈ। ਤੂੰ ਸਦਾ ਦਾ ਮਾਲਕ ਨਹੀਂ, ਐਵੇਂ ਭੁਲੇਖੇ ਵਿੱਚ ਬੈਠਾ ਰਹੇ। ਕਬੀਰ ਗਰਬ ਨਾ ਕੀਜੀਐ, ਬਚਣਾ ਗਰਬ ਤੋਂ ਹੈ, ਹੰਕਾਰ ਤੋਂ। ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ। ਬਸ ਸਮੇਂ ਦਾ ਹੇਰ ਫੇਰ ਹੈ, ਅੱਜ ਨਹੀਂ ਤੇ ਕੱਲ ਸਹੀ। ਅੱਜ ਭਲਕ ਹੀ ਇਹ ਘਟਨਾ ਵਰਤੀ ਖੜੀ ਹੈ। ਤੂੰ ਜ਼ਮੀਨ ਵਿੱਚ ਲੇਟ ਜਾਣਾ, ਤੇਰੀ ਕਬਰ ਤੇ ਵੀ ਘਾਹ ਉਗਾਵੇਗਾ। 39ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਅਜਹ ਸੋ ਨਾਉ ਸਮੁੰਦਰ ਮਹਿ, ਕਿਆ ਜਾਨੋ ਕਿਆ ਹੋਏ। ਆਦਮੀ ਦੀ ਇੱਕ ਇਹ ਬੜੀ ਵੱਡੀ ਕਮਜ਼ੋਰੀ ਹੈ। ਜਦ ਇਸ ਦੇ ਅੰਦਰ ਹੰਕਾਰ ਆਪਣਾ ਜ਼ੋਰ ਪਾਉਂਦਾ ਹੈ ਤਾਂ ਇਹ ਗਰੀਬ ਨੂੰ, ਕਮਜ਼ੋਰ ਨੂੰ ਮਜ਼ਾਕ ਕਰਨ ਤੋਂ ਵੀ ਟਲਦਾ ਨਹੀਂ। ਮਜ਼ਾਕ ਕਰਨਾ ਕੋਈ ਸਿਆਣਪ ਦਾ ਕੰਮ ਨਹੀਂ। ਬੜੀ ਭੱਦੀ ਬਾਤ ਹੈ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾਉਣਾ। ਅਕਲਮੰਦੀ ਦੀ ਗੱਲ ਨਹੀਂ। ਭੈੜਾ ਬੋਲਿਆ ਕਿਸੇ ਵੀ ਹਾਲਤ ਵਿੱਚ ਚੰਗਾ ਨਹੀਂ। ਮਜ਼ਾਕ ਵਿੱਚ ਆਦਮੀ ਐਸੀ ਚੋਟ ਮਾਰਦਾ ਹੈ ਕਿ ਉਹ ਬੁਰ ਬੋਲ ਬਣ ਜਾਂਦੀ ਹੈ। ਤੇ ਬੁਰ ਬੋਲ ਦੀ ਕਮਜ਼ੋਰੀ ਹੈ। ਚੰਗੇ ਤੋਂ ਚੰਗੇ ਮਿੱਤਰ ਨਾਲ ਵੀ ਜਿਸ ਵੇਲੇ ਤੁਹਾਡੀ ਬੋਲੀ ਖਰਾਬ ਹੋ ਜਾਏਗੀ, ਦੋਸਤੀ ਟੁੱਟ ਜਾਏਗੀ, ਕਿਉਂਕਿ ਉਸਨੇ ਚੋਟ ਪਹੁੰਚਾਉਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਰਮਾਨ ਹੈ, ਟੂਟ ਪ੍ਰੀਤ ਗਈ ਬੁਰ ਬੋਲ। ਬੁਰੇ ਬੋਲਾਂ ਨਾਲ ਪ੍ਰੀਤ ਟੁੱਟਦੀ ਹੈ, ਮਿੱਠਾ ਬੋਲਣ ਨਾਲ ਪ੍ਰੀਤ ਬਣਾਉਂਦੀ ਹੈ, ਸੰਬੰਧ ਬਣਦੇ ਨੇ। ਤੇ ਜਿਹੜਾ ਕਿਸੇ ਨੂੰ ਕੋਈ ਬੋਲ ਬੋਲ ਕੇ ਦੁਖੀ ਕਰਦਾ ਹੈ, ਚੋਟ ਮਾਰਦਾ ਹੈ, ਉਸ ਨੂੰ ਸਤਿਗੁਰੂ ਜੀ ਨੇ ਸਿਆਣਾ ਨਹੀਂ ਆਖਿਆ। ਤੀਜੇ ਪਾਤਸ਼ਾਹ ਕਹਿੰਦੇ ਨੇ, ਆਪਣਾ ਆਪ ਨਾ ਪਛਾਣੇ ਮੂੜਾ, ਅਵਰਾ ਆਖ ਦੁਖਾਏ। ਦੂਜਿਆਂ ਨੂੰ ਐਸੇ ਬੋਲ ਬੋਲਦਾ ਹੈ ਜਿਹੜੇ ਦੁੱਖ ਪਹੁੰਚਾਉਣ ਵਾਲੇ ਨੇ। ਤਾਕੀਦ ਕੀਤੀ ਪੰਚਮ ਪਾਤਸ਼ਾਹ ਨੇ, ਭਲਿਆ ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧੂ ਦੀ ਸੰਗਤ ਵਿੱਚ ਮਿਲ ਕੇ ਮਿੱਠੇ ਬਚਨ ਬੋਲਣ ਦੀ ਜਾਚ ਆ ਗਈ ਔਰ ਇਹ ਕੰਮ ਆਉਂਦੇ ਨੇ। ਇਹ ਤਾਂ ਤਾਕੀਦ ਹੈ ਇਨਸਾਨ ਵਾਸਤੇ ਕਿ ਮధుਰ ਕਹੈ ਸਭ ਕੋ ਤ੍ਰਿਪਤਾਵੈ, ਫੀਕਾ ਬੋਲ ਨਾ ਕਿਸੀ ਦੁਖਾਵੈ। ਫਿੱਕਾ ਬੋਲ ਕੇ ਕਿਸੇ ਨੂੰ ਕਿਉਂ ਦਿਖਾਉਣਾ ਹੈ? ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਇਹ ਬਚਨ ਲਿਖੇ ਨੇ। ਕਬੀਰ ਸਾਹਿਬ ਕਹਿੰਦੇ ਨੇ, ਵੇਖ ਜੇ ਕੋਈ ਰੰਕ ਹੈ, ਗਰੀਬ ਹੈ, ਤੂੰ ਧਨਵਾਨ ਹੈ ਦੁਨਿਆਵੀ ਪੱਧਰ ਤੇ, ਚਾਰ ਛਿੱਲੜ ਤੇਰੇ ਪਾਸ ਵੱਧ ਨੇ ਕਿ ਤਾਕਤ ਦੁਨਿਆਵੀ ਵੱਧ ਹੈ, ਤੇ ਇਸ ਤੇ ਗੁਮਾਨ ਕਰਕੇ ਤੂੰ ਕਿਸੇ ਗਰੀਬ ਦਾ ਮਜ਼ਾਕ ਉਡਾਏ। ਮਾਇਆ ਦਾ ਕੋਈ ਭਰੋਸਾ ਨਹੀਂ, ਕਦ ਸਾਥ ਛੱਡ ਜਾਏ ਔਰ ਇੱਥੇ ਨਾ ਵੀ ਛੱਡੇ। ਜਿਸ ਵੇਲੇ ਤੂੰ ਸਰੀਰ ਤਿਆਗੇਗਾ ਉਸ ਵੇਲੇ ਇਸ ਦਾ ਸਾਥ ਤਾਂ ਨਹੀਂ ਬਣਨਾ। ਦਰਗਾਹ ਵਿੱਚ ਤੂੰ ਧਨਵਾਨਾਂ ਦੀ ਨਿਆਈ ਨਹੀਂ ਜਾਣ ਲੱਗਾ। ਉਹ ਤਾਂ ਪੱਲੇ ਬੰਦਗੀ ਦੀ ਦੌਲਤ ਹੋਈ ਤਾਂ ਹੈ, ਨੇਕੀ ਕਮਾਈ ਹੋਈ ਤਾਂ ਹੈ, ਨਹੀਂ ਤਾਂ ਕੰਗਾਲਾਂ ਦਾ ਕੰਗਾਲ ਹੀ ਸਾਬਤ ਹੋਵੇਗਾ। ਇਹ ਭਾਈ ਵੀਰ ਸਿੰਘ ਜੀ ਨੇ ਸਾਨੂੰ ਇੱਕ ਹਦਾਇਤ ਦਿੱਤੀ ਹੈ।
ਉਹ ਕਹਿੰਦੇ ਨੇ ਛਲ ਦਾ ਰੂਪ ਦੁਨੀ ਹੈ ਭਾਈ, ਬਿਨ ਛਲ ਹੱਥ ਨਾ ਆਵੇ। ਛਲ ਦਾ ਰੂਪ ਦੁਨੀ ਹੈ ਭਾਈ, ਬਿਨ ਛਲ ਹੱਥ ਨਾ ਆਵੇ। ਪਰ ਛਲ ਨਾਲ ਇਕੱਠੀ ਕੀਤੀ, ਜਦ ਚਾਹਵੇ ਛਲ ਜਾਵੇ। ਜਿਹੜੇ ਛਲ ਕਰ ਕਰਕੇ ਦੌਲਤ ਇਕੱਠੀ ਕਰਨੇ ਆ, ਉਹ ਸਾਨੂੰ ਕਿਹੜੇ ਵੇਲੇ ਛਲ ਗਈ ਪਤਾ ਹੀ ਨਹੀਂ ਲੱਗਦਾ। ਜ਼ਿੰਦਗੀ ਇਸ ਵਿੱਚ ਗਵਾ ਲੈਂਦੇ ਆ, ਆਖਰ ਛਲੇ ਗਏ। ਨਾ ਵੀ ਛਲੇ ਤਾਂ ਅੰਤ ਸਮੇਂ ਇਹ ਚੱਲਦਿਆਂ ਨਾਲ ਨਾ ਚੱਲਦੀ, ਹਸਰਤ ਤੇ ਹਸਰਤ ਦੀ ਗੈਰਤ ਇਹ ਪੱਲੇ ਰਹਿ ਜਾਵੇ। ਸਾਵਧਾਨ ਹੋ। ਕਬੀਰ ਸਾਹਿਬ ਕਹਿੰਦੇ ਨੇ ਐਵੇਂ ਗਰੀਬ ਦਾ ਮਜ਼ਾਕ ਨਾ ਉਡਾਈ। ਜਿਨ੍ਹਾਂ ਗੱਲਾਂ ਤੇ ਤੂੰ ਗਰਬ ਕਰੀ ਬੈਠਾ ਹੈ ਗਰੀਬ ਦੇ ਸਾਹਮਣੇ, ਇਹ ਕੋਈ ਬਹੁਤ ਵੱਡੀਆਂ ਗੱਲਾਂ ਵੀ ਨਹੀਂ, ਇਹ ਤੇਰਾ ਬੌਰਾਪਣ ਹੈ। ਕਹਾਂ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ, ਐਂਡੋ ਟੇਢੋ ਜਾਤ। ਕੀ ਹੋਇਆ ਜੇ 10 ਮਣ ਅੰਨ ਤੇਰੇ ਕੋਲ ਹੈ ਕਿ 4 ਟਕੇ ਨੇ, ਐਡਾ ਟੇਢਾ। ਤੇ ਬੰਦਾ ਆਖਦਾ ਨਹੀਂ ਜੀ, ਕੇਵਲ ਟਕੇ ਹੀ ਨਹੀਂ, ਨਗਰ ਵਿੱਚ ਬੜਾ ਮਾਣ ਸਨਮਾਨ ਵੀ ਹੈ, ਮੇਰੀ ਸਾਹਿਬੀ ਚੱਲਦੀ ਹੈ। ਕਬੀਰ ਸਾਹਿਬ ਕਹਿਣ ਲੱਗੇ ਸਮਝ, ਬਹੁਤ ਪ੍ਰਤਾਪ ਗਾਉਂ ਸਿਉ ਪਾਏ, 2 ਲੱਖ ਟਕਾ ਬਰਾਤ। ਇਹਨਾਂ ਤੈਨੂੰ ਮਾਮਲਾ ਆਉਂਦਾ ਹੋਵੇ। ਦਿਵਸ 4 ਕੀ ਕਰੋ ਸਾਹਿਬੀ, ਜੈਸੇ ਬਨ ਹਰ ਪਾਤ। ਬਣਾ ਦੇ ਪੱਤੇ ਵੀ ਬੜੇ ਮਾਣ ਨਾਲ ਕਿਸੇ ਵੇਲੇ ਝੂਲਦੇ ਨੇ, ਪੱਤ ਝੜ ਆਉਂਦੀ ਏ, ਝੜਦਿਆਂ ਦੇਰ ਲੱਗਦੀ ਹੀ ਨਹੀਂ। ਯਾਦ ਰੱਖ, ਨਾ ਕੋਉ ਲੈ ਆਇਓ ਇਹ ਤਨ, ਨਾ ਕੋਉ ਲੈ ਜਾਤ। ਰਾਵਨ ਹੂੰ ਤੇ ਅਧਿਕ ਛਤਰਪਤ, ਖਿਨ ਮੈਂ ਗਏ ਬਿਲਾਤ। ਵੱਡਾ ਕਬੀਲਾ ਤਾਂ ਵੀ ਮਾਣ ਨਾ ਕਰੀ, ਮਾਤ ਪਿਤਾ ਬਨਤਾ ਸੁਤ ਸੰਪਤ। ਅੰਤ ਨ ਚਲਤ ਸੰਗਾਤ, ਕਹਿਤ ਕਬੀਰ ਰਾਮ ਭਜ ਬੌਰੇ, ਜਨਮ ਅਕਾਰਥ ਜਾਤ। ਇਹ ਤੇਰਾ ਜੀਵਨ ਬੇਕਾਰ ਜਾ ਰਿਹਾ ਹੈ, ਕੁਝ ਸਮਝ। ਹੰਕਾਰ ਨਾ ਕਰ ਤੇ ਗਰੀਬ ਦਾ ਮਜ਼ਾਕ ਨਾ ਉਡਾ। ਕੌਣ ਜਾਣੇ ਆਉਣ ਵਾਲਾ ਕੱਲ ਤਾਂ ਦੂਰ, ਆਉਣ ਵਾਲਾ ਪਲ ਕਿਹੋ ਜਿਹਾ ਹੈ। ਅਗਲੇ ਹੀ ਪਲ ਤੇਰੇ ਉੱਪਰ ਕੋਈ ਬਿਪਤਾ ਟੁੱਟ ਪਈ। ਗਰੀਬ ਨੂੰ ਮਜ਼ਾਕ ਉਡਾਉਣ ਵਾਲਿਆਂ ਲੋਕ ਤੇਰਾ ਮਜ਼ਾਕ ਉਡਾਉਣਗੇ। ਤੇਰੀ ਕਿਸ਼ਤੀ ਅਜੇ ਕਿਨਾਰੇ ਨਹੀਂ ਲੱਗ ਗਈ, ਅਜੇ ਸਮੁੰਦਰ ਦੇ ਵਿਚਕਾਰ ਹੈ। ਐਵੇਂ ਦਾਈਏ ਨਾ ਬੰਨੀ ਤੇ ਦਾਵੇ ਨਾ ਕਰੀ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਅਜਹੁ ਸੋ ਨਾਉ ਸਮੁੰਦਰ ਮਹਿ, ਅਜੇ ਤੇਰੀ ਬੇੜੀ ਕਿਸ਼ਤੀ ਸਮੁੰਦਰ ਦੇ ਵਿੱਚ ਹੈ। ਸਮੁੰਦਰ ਵਿੱਚ ਕਿਸ ਵੇਲੇ ਕੋਈ ਤੂਫਾਨ ਉੱਠ ਖੜਾ ਹੋਵੇ, ਕੋਈ ਪਤਾ ਨਹੀਂ। ਐਵੇਂ ਹੈਂਕੜ ਨਾ ਕਰ। ਦਰਅਸਲ ਜਿੰਨੀ ਦੇਰ ਸਹੀ ਅੰਤਮ ਨਤੀਜਾ ਸਾਹਮਣੇ ਨਹੀਂ ਆ ਜਾਂਦਾ, ਉਹਨਾਂ ਚਿਰ ਕੋਈ ਗੱਲ ਮਾਣ ਦੀ ਕਰਨੀ ਮੂਰਖਤਾ ਹੈ। ਕਿਸਾਨ ਨੇ ਮਿਹਨਤ ਕੀਤੀ, ਫਸਲ ਬੀਜੀ, ਹਰਿਆਵਲਾਂ ਆਈਆਂ, ਫਸਲਾਂ ਪੱਕਣ ਲੱਗ ਪਈਆਂ ਤੇ ਖੇਤ ਦੇ ਕਿਨਾਰੇ ਗੇੜਾ ਕੱਢਦਾ ਹੋਇਆ ਬੜਾ ਹੈਂਕੜ ਵਿੱਚ ਹੈ ਕਿ ਇਸ ਦਫਾ ਬਹੁਤ ਕਮਾਈ ਹੋਵੇਗੀ। ਅਜੇ ਹੰਕਾਰ ਦੀਆਂ ਗੱਲਾਂ ਸੋਚਦਾ ਹੀ ਜਾਂਦਾ ਸੀ ਕਿ ਕਾਲੀਆਂ ਘਟਾਵਾਂ ਚੜ੍ਹ ਆਈਆਂ ਤੇ ਪੱਕੀ ਹੋਈ ਖੇਤੀ ਉੱਪਰ ਪੈ ਗਏ ਗੜੇ। ਖੇਤੀ ਬਰਬਾਦ ਹੋ ਗਈ। ਲਾਲਾ ਧਨੀ ਰਾਮ ਚਾਤਰਿਕ ਨੇ ਬੜੀਆਂ ਪਿਆਰੀਆਂ 2 ਪੰਕਤੀਆਂ ਲਿਖੀਆਂ। ਉਸਨੇ ਆਖਿਆ, ਪੱਕੀ ਖੇਤੀ ਦੇਖ ਕੇ ਗਰਬ ਕਰੇ ਕਿਰਸਾਨ। ਝੱਖੜ ਵਾਉ ਹਨੇਰੀਓਂ ਘਰ ਆਵੇ ਤਾਂ ਜਾਣ। ਕੌਣ ਜਾਣੇ ਕਦ ਝੱਖੜ ਝੁੱਲ ਜਾਣ। ਅਜੇ ਤੇਰੀ ਕਿਸ਼ਤੀ ਸਮੁੰਦਰ ਦੇ ਵਿੱਚ ਹੈ, ਜ਼ਿੰਦਗੀ ਚੱਲ ਰਹੀ ਹੈ। ਐਵੇਂ ਨਾ ਧਨ ਦੇ ਗੁਮਾਨ ਵਿੱਚ ਗਰੀਬ ਨੂੰ ਮਜ਼ਾਕ ਕਰ ਬੈਠੀ। ਕੱਲ ਵਾਲਾ ਸਮਾਂ ਕੀ, ਇੱਕ ਅਗਲੇ ਪਲ ਦਾ ਸਮਾਂ ਕੈਸਾ ਆ ਜਾਏ ਕੋਈ ਪਤਾ ਨਹੀਂ। ਅਜਹੁ ਸੁਨਾਓ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। 40ਵਾਂ ਸ਼ਲੋਕ। ਕਬੀਰ ਗਰਬ ਨਾ ਕੀਜੀਐ। ਬਾਰ-ਬਾਰ ਇਹਨਾਂ ਬਚਨਾਂ ਵਿੱਚ ਕਬੀਰ ਸਾਹਿਬ ਗਰਬ ਤੋਂ, ਹੰਕਾਰ ਤੋਂ ਬਚਣ ਦੀ ਪ੍ਰੇਰਨਾ ਦੇ ਰਹੇ ਨੇ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਆਜ ਕਾਲ ਤਜ ਜਾਹੋਗੇ, ਜਿਉ ਕਾਂਚੁਰੀ ਭੁਯੰਗ।
ਦੇਹ ਦਾ ਮਤਲਬ ਸਰੀਰ, ਸੁਰੰਗ ਸੋਹਣੇ ਰੰਗ ਵਾਲੀ। ਜੇ ਤੈਨੂੰ ਸੁੰਦਰਤਾ ਮਿਲੀ ਹੈ, ਖੂਬਸੂਰਤੀ ਮਿਲੀ ਹੈ, ਤਾਂ ਮਾਲਕ ਦਾ ਸ਼ੁਕਰਾਨਾ ਕਰ। ਭਗਵਾਨ ਨੂੰ ਚੇਤੇ ਕਰ, ਅਭਿਮਾਨ ਦਾ ਤਾਂ ਕੋਈ ਮਤਲਬ ਨਹੀਂ। ਤੂੰ ਤਾਂ ਇਹ ਕਾਇਆ ਰਚੀ ਨਹੀਂ, ਬਣਾਈ ਨਹੀਂ, ਮਾਲਕ ਦੀ ਦਾਤ ਹੈ। ਔਰ ਸੁੰਦਰਤਾ, ਖੂਬਸੂਰਤੀ ਬਦਸੂਰਤੀ ਵਿੱਚ ਬਦਲਦਿਆਂ ਕੋਈ ਦੇਰ ਨਹੀਂ ਲੱਗਦੀ। ਕੌਣ ਜਾਣੇ ਕਦੋਂ ਕੈਸੀ ਬਿਮਾਰੀ ਚਮੜੀ ਨੂੰ ਲੱਗ ਜਾਏ, ਇਹੀ ਬਦਸੂਰਤ ਬਣ ਜਾਏ। ਕੋਈ ਜ਼ਿੰਦਗੀ ਵਿੱਚ ਐਸਾ ਹੈਪਨ ਹੋ ਜਾਏ, ਝੁਲਸ ਜਾਏ। ਐਵੇਂ ਦੇਹ ਦੀ ਸੁੰਦਰਤਾ ਦਾ ਹੰਕਾਰ ਨਾ ਕਰ। ਸੁੰਦਰ ਮਿਲੀ ਹੈ ਕਾਇਆ ਤਾਂ ਜ਼ਿੰਦਗੀ ਨੂੰ ਵੀ ਸੁੰਦਰ ਬਣਾ। ਜੇ ਉਸ ਨਾਮ ਤੋਂ ਖਾਲੀ ਹੈ ਤਾਂ ਇਹ ਕਾਇਆ ਦੀ ਸੁੰਦਰਤਾ ਦਾ ਮੁੱਲ 2 ਕੌਡੀ ਨਹੀਂ। ਕੋਈ ਪਤਾ ਨਹੀਂ ਇਹ ਬੁਢਾਪੇ ਤੱਕ ਵੀ ਪੁੱਜਣੀ ਹੈ ਕਿ ਨਹੀਂ। ਨਹਿ ਬਾਰਿਕ ਨਹਿ ਜੋਬ ਨਹਿ ਬਿਰਦੀ ਕੱਛ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰ ਜਮ ਫੰਦ। ਜਮਾਂ ਦਾ ਫੰਦਾ ਹੁਣ ਪੈ ਗਿਆ, ਸੁੰਦਰ ਤੋਂ ਸੁੰਦਰ ਕਾਇਆ ਰਾਖ ਵਿੱਚ ਮਿਲ ਜਾਏਗੀ। ਸਿਆਣਿਆਂ ਨੇ ਆਖਿਆ, ਜਿਨ੍ਹਾਂ ਨੇ ਅਸਲੀਅਤ ਜਾਣ ਲਈ ਕਿ ਇਹ ਕਾਇਆ ਦੀ ਸੁੰਦਰਤਾ ਨਹੀਂ, ਆਤਮਾ ਦੀ ਸੁੰਦਰਤਾ ਬਣਾ ਲਈ ਹੈ, ਫਿਰ ਉਹ ਮੌਤ ਦੀ ਪਰਵਾਹ ਨਹੀਂ ਕਰਦੇ। ਮੌਤ ਦਾ ਖਤਰਾ ਸਰੀਰ ਦੀ ਸੁੰਦਰਤਾ ਨੂੰ ਹੈ, ਆਤਮਾ ਦੀ ਸੁੰਦਰਤਾ ਨੂੰ नहीं। उम्र फानी है तो फिर मौत से डरना कैसा। एक ना एक रोज यह हंगामा हुआ रखा है, होएगा ही। पर जे तू माण काया दी सुंदरता ते कर लिया, इसने तां राख विच मिलना। ਇਹ ਬਿਲਕੁਲ ਇਉਂ ਹੈ ਜਿਵੇਂ ਕਿਸੇ ਸੱਪ ਦੀ ਕੁੰਜ ਰੰਗ ਬਰੰਗੀ ਬੜੀ ਸੁੰਦਰ ਜਾਪੇ, ਪਰ ਸੱਪ ਕੁੰਜ ਤਿਆਗ ਕੇ ਅੱਗੇ ਨਿਕਲ ਜਾਂਦਾ ਹੈ। ਇਉਂ ਹੀ ਇਸ ਜੀਓ ਨੇ ਇੱਕ ਦਿਨ ਅੱਜ ਭਲਕ ਹੀ ਇਸ ਕਾਇਆ ਦੀ ਕੁੰਜ ਨੂੰ ਤਿਆਗ ਕੇ ਤੁਰ ਜਾਣਾ ਹੈ। ਮਿੱਤਰਾ ਹੰਕਾਰ ਨਾ ਕਰੀ, ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਆਜ ਕਾਲ ਤਜ ਜਾਹੋਗੇ ਜਿਉਂ ਕਾਂਚੁਰੀ ਭੁਯੰਗ। ਜਿਵੇਂ ਕੇਂਚੁਲੀ ਕੁੰਜ ਤਿਆਗ ਕੇ ਸੱਪ ਨਿਕਲ ਜਾਂਦਾ ਹੈ। ਜਿੰਦ ਦਾ ਤੇ ਸਰੀਰ ਦਾ ਇਹ ਸਾਥ ਪੱਕਾ ਰਹਿਣ ਵਾਲਾ ਨਹੀਂ, ਪਰ ਇਹ ਹੈ ਕੀਮਤੀ। ਜਿੰਨੀ ਦੇਰ ਸਵਾਸ ਚੱਲਦੇ ਨੇ ਇਸ ਦਾ ਲਾਹਾ ਲੈ ਤੇ ਸਿਰਜਣਹਾਰ ਨਾਲ ਜੁੜ। ਹੰਕਾਰ ਨਾ ਕਰ, ਕਾਇਆ ਨੇ ਵੀ ਤੇਰਾ ਸਾਥ ਨਹੀਂ ਦੇਣਾ। ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਉੱਪਰ। ਭਗਤ ਕਬੀਰ ਜੀ ਦੇ ਇਹਨਾਂ ਉਪਦੇਸ਼ਾਂ ਨੂੰ ਚਿੱਤ ਵਿੱਚ ਵਸਾ ਅਸੀਂ ਹਰ ਪ੍ਰਕਾਰ ਦੇ ਗਰਭ ਤੋਂ, ਹੰਕਾਰ ਤੋਂ ਮੁਕਤ ਹੋ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।